ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਗੁਰੂ ਨੇ ਬੜੀ ਹੀ ਰਹਿਮਤ ਕਿਰਪਾ ਕੀਤੀ ਹੈ ਕਿ ਅੰਮ੍ਰਿਤ ਵੇਲੇ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਹਰ ਰੋਜ਼ ਦੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਹੋਇਆ ਕਰਦੀ ਹੈ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 149 ਅੰਗ ਤੇ ਗੌੜੀ ਗੁਆਰੇਰੀ ਰਾਗ ਗੌੜੀ ਦੇ ਅੰਦਰ ਗੁਆਰੇਰੀ ਜਾਤੀ ਮਹੱਲਾ ਤੀਜਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਹੈ ਕਿ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਇੰਦਵਾਲ ਸਾਹਿਬ ਇੱਕ ਜੋਗੀ ਆਇਆ ਜੋ ਵੈਦ ਵੀ ਸੀ। ਉਹ ਆ ਕੇ ਕਹਿਣ ਲੱਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਿ ਗੁਰੂ ਜੀ ਸਿੱਖਾਂ ਨੂੰ ਤੁਸੀਂ ਧਾਤਾਂ ਮਾਰਨੀਆਂ ਸਿਖਾਓ, ਭਾਵ ਵੈਦਗੀ ਸਿਖਾਓ। ਜੋਗੀ ਕਹਿਣ ਲੱਗਿਆ ਮਹਾਰਾਜ ਮੈਂ ਧਾਤਾਂ ਮਾਰਨੀਆਂ ਜਾਣਦਾ ਹਾਂ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗਿਆ ਕਿ ਤੁਸੀਂ ਸਿੱਖਾਂ ਨੂੰ ਇਹ ਦਵਾਈ ਬਣਾਉਣ ਵਾਸਤੇ ਧਾਤਾਂ ਹਨ ਜਿਹੜੀਆਂ ਇਹਨਾਂ ਨੂੰ ਮਾਰਨੀਆਂ ਸਿਖਾਓ ਸਿੱਖਾਂ ਨੂੰ। ਗੁਰੂ ਅਮਰਦਾਸ ਮਹਾਰਾਜ ਜੀ ਜੋਗੀ ਨੂੰ ਕਹਿਣ ਲੱਗੇ ਮਨ ਮਾਰੇ ਧਾਤ ਮਰ ਜਾਏ। ਕਹਿਣ ਲੱਗੇ ਹੇ ਭਾਈ, ਜੇਕਰ ਮਨ ਦਾ ਮੰਦਾ ਸੁਭਾਅ ਮਾਰ ਦੇਵੇਂ ਤਾਂ ਧਾਤਾਂ ਆਪ ਹੀ ਮਰ ਜਾਣਗੀਆਂ। ਮਨ ਮਾਰੇ ਧਾਤ ਮਰ ਜਾਏ ਕਿ ਹੇ ਭਾਈ, ਜੇਕਰ ਮਨ ਦਾ ਮੰਦਾ ਸੁਭਾਅ ਮਾਰ ਦੇਵੇਂ ਤਾਂ ਜਿਹੜੀਆਂ ਧਾਤਾਂ ਹਨ ਆਪ ਹੀ ਮਰ ਜਾਣਗੀਆਂ। ਧਾਤ ਮਾਇਆ ਦੀ ਇੱਛਾ ਮਰ ਜਾਂਦੀ ਹੈ। ਜੂਨਾਂ ਵਿੱਚ ਧਾਤ ਧੌਣਾ ਦੌੜਨਾ ਮਰ ਜਾਂਦਾ ਹੈ ਜੇ ਤੂੰ ਮਨ ਦੇ ਮੰਦੇ ਸੁਭਾਅ ਨੂੰ ਮਾਰ ਦੇਵੇਂ। ਫਿਰ ਮਹਾਰਾਜ ਜੀ ਕਹਿਣ ਲੱਗੇ ਬਿਨ ਮੂਏ ਕੈਸੇ ਹਰ ਪਾਏ। ਮਨ ਦਾ ਮੰਦਾ ਸੁਭਾਅ ਮਾਰੇ ਤੋਂ ਬਗੈਰ ਕਿਸ ਤਰ੍ਹਾਂ ਕੋਈ ਪਰਮੇਸ਼ਰ ਨੂੰ ਪਾ ਸਕਦਾ ਹੈ। ਬਿਨ ਮੂਏ ਕੈਸੇ ਹਰ ਪਾਏ ਕਿ ਮਨ ਦਾ ਮੰਦਾ ਸੁਭਾਅ ਮਾਰੇ ਤੋਂ ਬਗੈਰ ਕਿਸ ਤਰ੍ਹਾਂ ਕੋਈ ਪਰਮੇਸ਼ਰ ਨੂੰ ਪਾ ਸਕਦਾ ਹੈ। ਮਨ ਮਰੈ ਜਿਸ ਨਾਲ ਮਨ ਦਾ ਮੰਦਾ ਸੁਭਾਅ ਮਰਦਾ ਹੈ। ਦਾਰੂ ਜਾਣੈ ਕੋਇ, ਉਸ ਦਵਾਈ ਨੂੰ ਕੋਈ ਵਿਰਲਾ ਹੀ ਜਾਣਦਾ ਹੈ ਜਿਹੜੀ ਦਵਾਈ ਨਾਲ ਮਨ ਦਾ ਮੰਦਾ ਸੁਭਾਅ ਮਰਦਾ ਹੈ। ਭਾਵ ਮਨ ਮਾਰਨਾ ਮਨ ਦੇ ਸੁਧਾਰਨ ਦਾ ਨਾਮ ਹੈ। ਮਨ ਮਾਰਨਾ ਮਨ ਦੇ ਸੁਧਾਰਨ ਦਾ, ਮਨ ਨੂੰ ਸ਼ੁੱਧ ਕਰਨ ਦਾ ਜਿਹੜਾ ਹੈ ਉਹ ਨਾਮ ਹੈ। ਜਿਵੇਂ ਪਾਰਾ ਸੋਧਣ ਦਾ ਨਾਮ ਪਾਰਾ ਮਾਰਨਾ ਹੈ। ਭਾਵ ਸ਼ਬਦ ਦੀ ਕਮਾਈ ਕਰਕੇ ਮਨ ਦੇ ਸੋਧਣ ਦਾ ਨਾਮ ਮਨ ਮਾਰਨਾ ਹੈ। ਮਨ ਸ਼ਬਦ ਮਰੈ ਬੂਝੈ ਜਨ ਸੋਏ। ਮਹਾਰਾਜ ਜੀ ਕਹਿਣ ਲੱਗੇ ਜੋਗੀ ਨੂੰ ਹੇ ਭਾਈ, ਇਹ ਮਨ ਗੁਰੂ ਸਾਹਿਬ ਦੇ ਸ਼ਬਦ, ਗੁਰੂ ਸਾਹਿਬ ਦੇ ਉਪਦੇਸ਼ ਨਾਲ ਮਰਦਾ ਹੈ। ਪਰ ਜੋ ਇਸ ਗੱਲ ਨੂੰ ਬੁੱਝੈ ਸਮਝ ਲਵੇ ਉਹ ਹੀ ਹਰੀ ਦਾ ਜਨ ਹੈ, ਉਹ ਹੀ ਹਰੀ ਦਾ ਸੇਵਕ ਹੈ। ਜੇ ਕੋਈ ਮਨ ਮਾਰਨਾ ਚਾਹੁੰਦਾ ਹੈ, ਮਹਾਰਾਜ ਜੀ ਕਹਿਣ ਲੱਗੇ ਜੇ ਕੋਈ ਮਨ ਮਾਰਨਾ ਚਾਹੁੰਦਾ ਹੈ ਤਾਂ ਗੁਰਾਂ ਦੁਆਰਾ ਬੁੱਝ ਭਾਵ ਸਮਝ ਲਵੇ ਤੇ ਫੇਰ ਇਹ ਮਨ ਮਰਦਾ ਹੈ। ਜਿਸ ਪ੍ਰਕਾਰ ਕੱਚਾ ਪਾਰਾ ਥੋੜ੍ਹੇ ਜਿਹੇ ਪੈਸਿਆਂ ਦਾ ਹੀ ਹੁੰਦਾ ਹੈ,
ਜੋ ਕੱਚਾ ਪਾਰਾ ਹੁੰਦਾ ਹੈ ਉਹਦੀ ਕੀਮਤ ਥੋੜ੍ਹੀ ਹੁੰਦੀ ਹੈ। ਇਸ ਪ੍ਰਕਾਰ ਜਿੰਨਾ ਚਿਰ ਮਨ ਕੱਚਾ ਹੈ, ਜੰਮਣ ਮਰਨ ਦਾ ਥੋੜ੍ਹਾ ਮੁੱਲ ਹੀ ਹੈ, ਥੋੜ੍ਹਾ ਮੁੱਲ ਹੀ ਇਸ ਨੂੰ ਮਿਲਦਾ ਹੈ। ਜੰਮਣਾ ਮਰਨਾ ਹੀ ਰਹਿੰਦਾ ਹੈ। ਜਿਸ ਪ੍ਰਕਾਰ ਅੰਤ ਵੇਲੇ ਇਸ ਦੇ ਸਿਰ ਦੇ ਕੋਲ ਜਾ ਕੇ ਪਾਣੀ ਦੀ ਮੱਘੀ, ਪਾਣੀ ਦੀ ਘੜੀ ਭੰਨ ਦਿੰਦੇ ਹਨ। ਅੰਤ ਕੀ ਬਾਰ ਗਗਰੀਆ ਫੋਰੀ, ਕਿ ਜਦੋਂ ਅਖੀਰਲੇ ਸਮੇਂ ਇਸ ਜੀਵ ਦੇ ਸਿਰ ਦੇ ਕੋਲ ਪਾਣੀ ਦੀ ਮੱਘੀ ਭੰਨ ਦਿੱਤੀ ਜਾਂਦੀ ਹੈ, ਜਿਸ ਨੂੰ ਕਹਿ ਦਿੰਦੇ ਹਾਂ ਘੜੀ ਭੰਨਤੀ। ਗੌੜੀ ਰਾਗ ਦੇ ਅੰਦਰ ਆਉਂਦਾ ਹੈ ਕਿ ਅੰਤ ਕੀ ਬਾਰ ਗਗਰੀਆ ਫੋਰੀ, ਕਿ ਅਖੀਰ ਵੇਲੇ ਸ਼ਮਸ਼ਾਨ ਘਾਟ ਨੂੰ ਲਿਜਾਂਦਿਆਂ ਰਾਹ ਦੇ ਵਿੱਚ ਉਤਾਰਾ ਕਰਕੇ ਇੱਕ ਘੜੀ ਭੰਨੀ ਜਾਂਦੀ ਸੀ। ਉਹ ਗੌੜੀ ਕਬੀਰ ਜੀ ਦੀ 337 ਅੰਗ 'ਤੇ ਹੈ ਕਿ ਅੰਤ ਕੀ ਬਾਰ ਗਗਰੀਆ ਫੋਰੀ। ਜਦੋਂ ਇਸ ਦਾ ਪਰਿਵਾਰ ਦੇ ਨਾਲੋਂ ਸਨੇਹ ਟੁੱਟਦਾ ਹੈ, ਉਦੋਂ ਅਖੀਰਲੇ ਸਮੇਂ ਇਸ ਦੇ ਸਿਰ ਕੋਲ ਇੱਕ ਮੱਘੀ ਪਾਣੀ ਵਾਲੀ ਉਹ ਭੰਨੀ ਜਾਂਦੀ ਹੈ। ਗੁਰੂ ਜੀ ਕਹਿੰਦੇ ਹਨ ਕਿ ਕੱਚੇ ਪਾਰੇ ਦੀ ਤਰ੍ਹਾਂ ਕੱਚੇ ਮਨ ਦੀ ਹਾਲਤ ਹੈ। ਜਦੋਂ ਪਾਰੇ ਨੂੰ ਬੂਟੀਆਂ ਵਿੱਚ ਰਲਾ ਕੇ ਖਰਲ ਦਿੱਤਾ ਜਾਂਦਾ ਹੈ, ਕਿਸੇ ਪ੍ਰਕਾਰ ਪਾਰੇ ਦਾ ਕਿਣਕਾ ਵੀ ਨਜ਼ਰ ਨਾ ਆਵੇ, ਕੇਵਲ ਬੂਟੀ ਦਾ ਹਰਾ ਰੰਗ ਹੀ ਰਹਿ ਜਾਵੇ, ਤਾਂ ਇਹ ਸਮਝੋ ਕਿ ਪਾਰਾ ਖਰਲ ਹੋ ਗਿਆ ਹੈ, ਪਾਰਾ ਸ਼ੁੱਧ ਹੋ ਗਿਆ ਹੈ। ਫਿਰ ਉਸ ਪਾਰੇ ਨੂੰ ਅੱਗ ਵਿੱਚ ਦਿੰਦੇ ਹਨ ਕਿ ਕੱਚਾ ਨਾ ਰਹੇ ਪਾਰਾ। ਪਾਰਾ ਕੱਚਾ ਨਾ ਰਹੇ ਤੇ ਭਾਰਾ ਨਾ ਰਹੇ, ਇਹ ਅੱਗ ਦੇ ਵਿੱਚ ਉੱਡ ਨਾ ਜਾਵੇ ਅਤੇ ਸੋਧਿਆ ਵੀ ਜਾਵੇ। ਫਿਰ ਉਸ ਪਾਰੇ ਨੂੰ ਸੰਪਟ ਦੇਈਦਾ ਹੈ, ਅੱਗ ਦੇਈਦੀ ਹੈ। ਜਦੋਂ ਅੱਗ ਦੇ ਨਾਲ ਪੂਰਿਆ ਸੋਧਿਆ ਜਾਵੇ, ਫਿਰ ਉਸ ਨੂੰ ਕੱਖ ਲੈ ਕੇ ਖਾਈਂਦੇ, ਫਿਰ ਉਸ ਨੂੰ ਕੱਖ ਲੈ ਕੇ ਖਾਈਏ, ਥੋੜ੍ਹਾ ਜਿਹਾ ਲੈ ਕੇ ਭਾਵ ਡੱਕੇ 'ਤੇ ਚੜ੍ਹਾ ਕੇ ਖਾਈਏ, ਤਾਂ ਖਾਣ ਵਾਲਾ ਆਦਮੀ ਮਨ ਖੁਰਾਕ ਹਜ਼ਮ ਕਰਨ ਦੀ ਸ਼ਕਤੀ ਪ੍ਰਦਾਨ ਕਰ ਸਕਦਾ ਹੈ ਅਤੇ ਹਾਥੀ ਦਾ ਮੁਕਾਬਲਾ ਕਰਨ ਜਿੰਨੀ ਤਾਕਤ ਹੋ ਜਾਂਦੀ ਹੈ। ਜੇਕਰ ਰੱਤੀ ਇੱਕ ਕਲੀ ਵਿੱਚ ਪਾ ਦੇਈਏ ਉਸ ਪਾਰੇ ਨੂੰ ਤਾਂ ਚਾਂਦੀ, ਅਤੇ ਜੇਕਰ ਥੋੜ੍ਹਾ ਜਿਹਾ ਤਾਂਬੇ ਵਿੱਚ ਪਾ ਦੇਈਏ ਤਾਂ ਸੋਨਾ ਬਣ ਜਾਂਦਾ ਹੈ। ਐਸਾ ਵੇਦਾਂ ਨੇ ਮੰਨਿਆ ਹੈ ਕਿ ਇਸੇ ਪ੍ਰਕਾਰ ਜਦੋਂ ਗੁਰੂ ਸਾਹਿਬ ਜੀ ਦੇ ਹੱਥ ਸਿੱਖ ਦਾ ਮਨ ਰੂਪੀ ਪਾਰਾ ਆ ਜਾਵੇ, ਗੁਰੂ ਸਾਹਿਬ ਜੀ ਦੀ ਬਾਣੀ ਨਿਰਮਲ ਬੂਟੀ ਹੈ, ਇਸ ਨੂੰ ਨਿਸ਼ਚੇ ਰੂਪੀ ਸੁਨਹਿਰੀ ਕੁੰਡੇ ਵਿੱਚ ਪਾ ਕੇ ਅਭਿਆਸ ਰੂਪੀ ਡੰਡੇ ਨਾਲ ਰਗੜਿਆ, ਜਦੋਂ ਰਗੜਦੇ ਬਾਣੀ ਦਾ ਹੀ ਆਨੰਦ ਰਹਿ ਜਾਵੇ, ਹੋਰ ਮਨ ਦੇ ਸਾਰੇ ਸੰਕਲਪ ਮਿਟ ਜਾਣ, ਉਦੋਂ ਇਹ ਮਨ ਰੂਪੀ ਪਾਰਾ ਖਰਲ ਹੋਇਆ ਜਾਣੀਦਾ ਹੈ। ਫਿਰ ਇਸ ਨੂੰ ਜੋ ਸੰਪਟ ਦੇਣਾ ਹੈ, ਅੰਤਰ ਗੁਰ ਅਰਾਧਨਾ, ਜਿਹਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਾਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ, ਕਹੋ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਬਥ ਦੇ, ਜਗ ਮੈਂ ਉੱਤਮ ਕਾਢੀਐ ਬਿਰਲੇ ਕੇਈ ਕੇ। ਜਦੋਂ ਇਹ ਖਰਲ ਕੇ ਸੰਪਟ ਦਿੰਦਾ ਹੈ, ਤਾਂ ਦਿੰਦਾ ਹੈ, ਭਾਵ ਨਾਮ ਜਪਣ ਲੱਗ ਜਾਂਦਾ ਹੈ ਸਰੀਰ ਨਾਲ, ਸਰੀਰ ਦੇ ਰਾਹੀਂ, ਕਿ ਅੰਤਰ ਗੁਰ ਅਰਾਧਨਾ, ਅੰਦਰੋਂ ਗੁਰੂ ਨੂੰ ਅਰਾਧਨਾ ਕਰਦਾ ਹੈ। ਅੰਤਰ ਗੁਰ ਅਰਾਧਨਾ, ਅੰਦਰੋਂ ਇਹ ਸਰੀਰ ਨੂੰ ਤਾ ਦੇਣ ਲੱਗ ਜਾਂਦਾ ਹੈ, ਗੁਰੂ ਨੂੰ ਅਰਾਧਨਾ ਸ਼ੁਰੂ ਕਰ ਦਿੰਦਾ ਹੈ। ਜਿਹਬਾ ਜਪ ਗੁਰ ਨਾਉ, ਜੀਵ ਦੇ ਨਾਲ ਪਰਮੇਸ਼ਰ ਦਾ ਜੋ ਨਾਮ ਜਪਣਾ ਸ਼ੁਰੂ ਕਰ ਦਿੰਦਾ ਹੈ, ਗੁਰੂ ਜੋ ਨਾਮ ਦਿੰਦਾ ਹੈ ਉਸ ਨੂੰ ਜਦੋਂ ਜਪਣਾ ਸ਼ੁਰੂ ਕਰ ਦਿੰਦਾ ਹੈ। ਨੇਤਰੀ ਸਤਿਗੁਰ ਪੇਖਣਾ, ਫਿਰ ਇਸ ਨੂੰ ਨੇਤਰਾਂ ਦੇ ਨਾਲ
ਪਰਮੇਸ਼ਰ ਦੇ ਦਰਸ਼ਨ ਹੋ ਲੱਗ ਜਾਂਦੇ ਹਨ। ਸ਼ਰਾਬਣੀ ਸੁਣਨਾ ਗੁਰਨਾਉ, ਜਦੋਂ ਇਹ ਕੰਨਾਂ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ। ਸਤਿਗੁਰ ਸੇਤੀ ਰਤਿਆ, ਜਿਹੜਾ ਸਤਿਗੁਰਾਂ ਦੇ ਨਾਲ ਰੰਗਿਆ ਗਿਆ ਹੈ ਨਾਮ ਜਪਣ ਕਰਕੇ, ਦਰਗਹਿ ਪਾਈਐ ਠਾਉ, ਉਸ ਨੂੰ ਦਰਗਾਹ ਦੇ ਵਿੱਚ ਠਾਉ ਥਾਂ ਪ੍ਰਾਪਤ ਹੋ ਜਾਂਦੀ ਹੈ। ਕਹੋ ਨਾਨਕ ਕਿਰਪਾ ਕਰੇ। ਮਹਾਰਾਜ ਜੀ ਕਹਿਣ ਲੱਗੇ, ਜਿਸ ਉੱਤੇ ਉਹ ਪਰਮੇਸ਼ਰ ਕਿਰਪਾ ਕਰ ਦਿੰਦਾ ਹੈ, ਜਿਸ ਨੂੰ ਇਹ ਬਥ ਦੇ, ਜਿਸ ਨੂੰ ਇਹ ਨਾਮ ਰੂਪੀ ਵਸਤੂ ਮਿਲ ਜਾਂਦੀ ਹੈ, ਜਗ ਮੈਂ ਉੱਤਮ ਕੱਢ ਗਿਆ, ਉਹ ਫਿਰ ਇਸ ਸੰਸਾਰ ਦੇ ਵਿੱਚ ਉੱਤਮ ਕਿਹਾ ਜਾਂਦਾ ਹੈ। ਬਿਰਲੇ ਕਈ ਕੇ ਪਰ ਹੈ ਕੋਈ ਬਿਰਲਾ, ਹੈਣ ਬਿਰਲੇ ਨਹੀਂ ਘਨੇਰੇ, ਫੈਲ ਫੱਕੜ ਸੰਸਾਰ, ਕਿ ਇਹ ਬਿਰਲੇ ਕਈ ਕੇ, ਕੋਈ ਕੋਈ ਬਿਰਲਾ ਬਿਰਲਾ ਹੁੰਦਾ ਹੈ ਜਿਹੜਾ ਜੱਗ ਦੇ ਵਿੱਚੋਂ ਉੱਤਮ ਸ੍ਰੇਸ਼ਟ ਬਣ ਜਾਂਦਾ ਹੈ। ਸਾਰੇ ਇੰਦਰੀਆਂ ਨੂੰ ਗੌਣ ਕਰਕੇ, ਸਾਰੇ ਇੰਦਰੀਆਂ ਨੂੰ ਗੌਣ ਕਰਕੇ, ਮਨ ਦੇ ਸੰਕਲਪ ਮੇਟ ਕੇ ਗੁਰੂ ਦੇ ਸਰੂਪ ਵਿੱਚ ਲੀਨ ਹੋਣਾ, ਮਨ ਦਾ ਸੰਪਟ ਰੱਖਣਾ ਹੈ। ਜਿਵੇਂ ਆਲਸ ਆਉਣੀ, ਕਥਾ ਸੁਣਦੇ ਹੀ ਲੁਟਕਣ ਲੱਗ ਜਾਣਾ, ਇਉਂ ਮਨ ਉੱਡ ਨਾ ਜਾਵੇ, ਜਾਂ ਕਿਸੇ ਜੂਨਾਂ ਵਿੱਚ ਨਾ ਭਟਕਦਾ ਫਿਰਦਾ ਹੋਵੇ ਅਤੇ ਕੱਚਾ ਨਾ ਰਹਿ ਜਾਵੇ, ਇਸ ਦੇ ਅੰਦਰ ਵਿਸ਼ਿਆਂ ਦੀ ਵਾਸ਼ਨਾ ਨਾ ਰਹਿ ਜਾਵੇ। ਜਦੋਂ ਪੂਰਾ ਸੂਧਿਆ ਜਾਵੇ, ਫਿਰ ਜੇ ਕੋਈ ਕੱਖਕ ਸਤ ਸੰਗਤ ਕਰੇ, ਥੋੜ੍ਹਾ ਮਾਤਰ ਵੀ ਸੰਗਤ ਕਰੇ, ਤਾਂ ਮਨ ਖੁਰਾਕ ਖਾਣ ਵਾਂਗੂ ਸਾਰੀਆਂ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਇਸ ਦੇ ਚਰਨੀ ਆ ਲੱਗਦੀਆਂ ਹਨ, ਅਤੇ ਰਿੱਧੀਆਂ ਸਿੱਧੀਆਂ ਦੀਆਂ ਤਾਕਤਾਂ ਹਜਮ ਕਰਨ ਦੀ ਤਾਕਤ ਇਸ ਨੂੰ ਮਿਲ ਜਾਂਦੀ ਹੈ। ਉਹ ਕਿਸੇ ਨੂੰ ਭੇਦ ਨਹੀਂ ਦਿੰਦੇ। ਇਤਨਾ ਵੱਡਾ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਕਿ ਹੋਣ ਨਜ਼ੀਕ ਖੁਦਾਏ ਦਾ, ਉਹ ਫਿਰ ਪਰਮੇਸ਼ਰ ਦੇ ਜਮਾ ਨੇੜੇ ਹੋ ਜਾਂਦੇ ਹਨ, ਜਿਹੜੇ ਨਾਮ ਜਪ ਕੇ ਜਿਨ੍ਹਾਂ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਹੋਣ ਨਜ਼ੀਕ ਖੁਦਾਏ ਦਾ, ਭੇਤ ਨਾ ਕਿਸੇ ਦੇਣ, ਕਿ ਉਹ ਕਿਸੇ ਨੂੰ ਭੇਤ ਨਹੀਂ ਦਿੰਦੇ ਜਿਹੜੇ ਪਰਮੇਸ਼ਰ ਦੇ ਖੁਦਾਏ ਦੇ ਅੱਲਾ ਦੇ ਨੇੜੇ ਹੋ ਜਾਂਦੇ ਹਨ। ਇੱਕ ਇਹੀ ਜੋ ਪਰਮੇਸ਼ਰ ਦੀ ਭਗਤੀ ਹੈ, ਜਦੋਂ ਭਗਤੀ ਦੇ ਵਿੱਚ ਲੀਨ ਹੋ ਜਾਂਦਾ ਹੈ, ਉਸ ਨੂੰ ਛੁਪਾ ਕੇ ਰੱਖਦਾ ਹੈ, ਅਤੇ ਹੋਰ ਜਿਹੜੀਆਂ ਤਾਕਤਾਂ ਹਨ ਉਹ ਜੀਵ ਉਹਨਾਂ ਨੂੰ ਹਾਜ਼ਮ ਨਹੀਂ ਕਰ ਸਕਦਾ, ਲੋਕਾਂ ਦੇ ਵਿੱਚ ਦਿਖਾਉਂਦਾ ਹੈ। ਸਾਰੀਆਂ ਤਾਕਤ ਸ਼ਕਤੀਆਂ ਨੂੰ ਵਿੱਚ ਹੀ ਆਜ਼ਾਰ ਅਵਸਥਾ ਵਿੱਚ ਜਰ ਲੈਂਦੇ ਹਨ। ਜੋ ਸਾਰੀਆਂ ਸ਼ਕਤੀਆਂ ਹਨ ਉਹਨਾਂ ਨੂੰ ਆਜ਼ਾਰ ਅਵਸਥਾ ਵਿੱਚ ਜਰ ਲੈਂਦੇ ਹਨ। ਕਾਲ ਰੂਪੀ ਹਾਥੀ ਦਾ ਮੁਕਾਬਲਾ ਕਰਨ ਵਾਲੇ ਹੋ ਜਾਂਦੇ ਹਨ। ਜੋ ਉਪਾਸਕ ਹਨ ਪਰਮੇਸ਼ਰ ਦੇ, ਕਲੀ ਦੀ ਨਿਆਈ ਉਹਨਾਂ ਨੂੰ ਸੋਧਿਆ ਹੋਇਆ ਮਨ ਇਸ਼ਟ ਦੇਵਤਾ ਰੂਪ ਬਣਾ ਦਿੰਦਾ ਹੈ। ਜੋ ਜਗਿਆਸੂ ਜਨ ਹਨ ਉਹਨਾਂ ਨੂੰ ਤਾਂਬੇ ਦੀ ਨਿਆਈ ਸ਼ੁੱਧ ਰੂਪ ਸੋਨਾ ਬਣਾ ਦਿੰਦਾ ਹੈ। ਸ਼ੁੱਧ ਮਨ ਇਹੋ ਜਿਹੇ ਬਲ ਵਾਲਾ ਹੋ ਜਾਂਦਾ ਹੈ ਕਿ ਜਿਸਨੂੰ ਬਖਸ਼ੇ ਦੇ ਵਡਿਆਈ, ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਕੇ ਨਾਮ ਜਪਣ ਦੀ ਵਡਿਆਈ, ਨਾਮ ਜਪਣ ਦੀ ਸੋਭਾ ਦਿੰਦੇ ਹਨ, ਕਿ ਸ਼ੁੱਧ ਮਨ ਇਹੋ ਜਿਹਾ ਬਲ ਵਾਲਾ ਹੋ ਜਾਂਦਾ ਹੈ, ਜਿਸ ਨੂੰ ਬਖਸ਼ੇ ਦੇ ਵਡਿਆਈ, ਜਿਸ ਨੂੰ ਗੁਰੂ ਸਾਹਿਬ ਜੀ ਬਖਸ਼ ਕੇ ਨਾਮ ਜਪਣ ਦੀ ਵਡਿਆਈ, ਨਾਮ ਜਪਣ ਦੀ ਸੋਭਾ ਦਿੰਦੇ ਹਨ, ਤੇ ਬ੍ਰਹਮ ਵਿਦਿਆ, ਬ੍ਰਹਮ ਗਿਆਨ ਦੀ ਵਡਿਆਈ ਦਿੰਦੇ ਹਨ। ਗੁਰ ਪ੍ਰਸਾਦ ਹਰ ਬਸੈ ਮਨ ਆਏ, ਗੁਰ ਪ੍ਰਸਾਦ, ਗੁਰਾਂ ਦੀ ਕਿਰਪਾ ਦੁਆਰਾ ਉਸ ਦੇ ਮਨ, ਉਸ ਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਬਸਦਾ ਹੈ। ਰਹਾਉ ਵਿਸ਼ਰਾਮ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ, ਗੁਰਮੁਖ ਕਰਨੀ ਕਾਰ ਕਮਾਵੈ। ਜਦ ਕੋਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਕਰਨੇ ਯੁਗ ਭਗਤੀ ਰੂਪੀ ਕਾਰ ਨੂੰ ਕਮਾਉਂਦਾ ਹੈ। ਗੁਰਮੁਖ ਕਰਨੀ ਕਾਰ ਕਮਾਵੈ,
ਜਦ ਕੋਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ ਕਰਨੇ ਯੁਗ ਭਗਤੀ ਰੂਪੀ ਕਾਰ ਨੂੰ ਕਮਾਉਂਦਾ ਹੈ, ਤਾਂ ਇਸ ਮਨ ਕੀ ਸੋਝੀ ਪਾਵੈ। ਤਦੋਂ ਉਹ ਇਸ ਮਨ ਦੇ ਮੰਦੇ ਸੁਭਾਅ ਨੂੰ ਰੋਕਣ ਦੀ ਸੋਝੀ ਪਾਉਂਦਾ ਹੈ, ਗਿਆਤ ਪਾਉਂਦਾ ਹੈ। ਮਨ ਮੈਂ ਮਤ ਮੈਗਲ ਮਿਕਦਾਰਾ, ਇਹ ਮਨ ਹੰਗਤਾ ਮਮਤਾ ਰੂਪੀ ਮੈਂ ਸ਼ਰਾਬ ਨਾਲ ਮੈਗਲ ਹਾਥੀ ਵਾਂਗ ਜੋ ਮਸਤ ਹੋਇਆ ਫਿਰਦਾ ਹੈ। ਮਨ ਮੈਂ ਮਤ ਮੈਗਲ ਮਿਕਦਾਰਾ, ਇਹ ਮਨ ਹੰਗਤਾ ਮਮਤਾ ਰੂਪੀ ਸ਼ਰਾਬ ਨਾਲ ਕਿ ਹਾਥੀ ਵਾਂਗ ਮਸਤ ਹੋਇਆ ਫਿਰਦਾ ਹੈ। ਮਨ ਮੈਂ ਮਤ, ਇਹ ਮਨ ਹੰਗਤਾ ਮਮਤਾ ਰੂਪੀ ਮੈਂ ਹੰਗਤਾ ਮਮਤਾ ਰੂਪੀ ਸ਼ਰਾਬ ਨਾਲ ਹਾਥੀ ਵਾਂਗ ਮਸਤ ਹੋਇਆ ਫਿਰਦਾ ਹੈ ਕਿ ਗੁਰ ਅੰਕ ਸਮਾਰ ਜਿਵਾਲਣ ਹਾਰਾ। ਗੁਰੂ ਰੂਪ ਮਹਾਵਤ, ਜੈਸੇ ਹਾਥੀ ਨੂੰ ਮਹਾਵਤ ਚਲਾਉਂਦਾ ਹੈ ਉੱਪਰ ਬਹਿ ਕੇ ਕੁੰਡੀ ਨਾਲ, ਕਿ ਇਸ ਜੀਵ ਨੂੰ ਵੀ ਗੁਰੂ ਰੂਪ ਮਹਾਵਤ ਗਿਆਨ ਰੂਪੀ ਅੰਕ ਸਮਾਰ ਕੇ, ਕੁੰਡਾ ਮਾਰ ਕੇ ਜੀਵਤ ਭਾ ਕੇ ਪਰਮੇਸ਼ਰ ਵੱਲੋਂ ਜੀਵਾਲਣ ਹਾਰਾ ਜਿਉਣ ਵਾਲੇ ਹਨ। ਗੁਰ ਅੰਕ ਸਮਾਰ ਜਿਵਾਲਣ ਹਾਰਾ, ਗੁਰੂ ਰੂਪੀ ਮਹਾਵਤ ਗਿਆਨ ਰੂਪੀ ਕੁੰਡਾ ਮਾਰ ਕੇ ਜੀਵਤ ਭਾ ਵੱਲੋਂ ਪਰਮੇਸ਼ਰ ਜਿਵਾਉਣ ਵਾਲੇ ਹਨ। ਮਨ ਅਸਾਧ ਸਾਧੈ ਜਨ ਕੋਏ, ਹੇ ਭਾਈ ਇਹ ਮਨ ਅਸਾਧ ਨਾ ਸਾਧੇ ਜਾਣ ਵਾਲੇ ਰੋਗਾਂ ਦੀ ਤਰ੍ਹਾਂ ਹੈ। ਮਨ ਅਸਾਧ ਸਾਧੈ ਜਨ ਕੋਏ, ਹੇ ਭਾਈ ਇਹ ਮਨ ਅਸਾਧ ਹੁੰਦਾ ਨਾ ਸਾਧੇ ਜਾਣ ਵਾਲੇ ਰੋਗ ਦੀ ਤਰ੍ਹਾਂ। ਕੋਈ ਬਿਰਲਾ ਜਨ ਬਿਰਲਾ ਪੁਰਖ ਹੀ ਗੁਰ ਉਪਦੇਸ਼ ਦੁਆਰਾ ਸਾਧਾ ਜਨ ਕੋਏ, ਇਸ ਨੂੰ ਸਾਧਨਾ ਕਰਦਾ ਹੈ, ਭਾਵ ਬਸ ਵਿੱਚ ਕਰਦਾ ਹੈ। ਇਹ ਮਨ ਬਸ ਦੇ ਵਿੱਚ ਮਸਾਂ ਆਉਂਦਾ ਹੈ। ਆਚਰ ਚਰੈ ਤਾਂ ਨਿਰਮਲ ਹੋਏ, ਜਿਸ ਪਰਮੇਸ਼ਰ ਵੱਲੋਂ ਇਹ ਮਨ ਆਚਰ ਅਮੋੜ ਹੋ ਰਿਹਾ ਹੈ, ਨਾ ਮੁੜਨੇ ਵਾਲਾ ਹੋ ਰਿਹਾ ਹੈ, ਉਸ ਪਾਸੇ ਚੱਲਣਾ ਕਰੇ। ਜਿਹੜੇ ਕਾਮ ਕ੍ਰੋਧ ਆਦਿ ਵਿਕਾਰ ਨਾ ਕਾਬੂ ਆਉਣ ਵਾਲੇ ਹਨ, ਉਹਨਾਂ ਨੂੰ ਚਰੇ ਅਰਥਾਤ ਅਭਾਵ ਕਰੇ। ਜੋ ਮਨ ਸੰਕਲਪਾਂ ਵਿਕਲਪਾਂ ਵਿੱਚ ਵਿਚਰਦਾ ਰਹਿੰਦਾ ਹੈ, ਉਸ ਨੂੰ ਵਿਚਰਨ ਤੋਂ ਰਹਿਤ ਅਚਲ ਕਰੇ। ਤਦੋਂ ਇਹ ਮਨ ਨਿਰਮਲ, ਇਹ ਮਨ ਉਜਲ ਹੋ ਜਾਂਦਾ ਹੈ। ਗੁਰਮੁਖ ਇਹੋ ਮਨ ਲਿਆ ਸਵਾਰ, ਇਸ ਪ੍ਰਕਾਰ ਗੁਰਮੁਖਾਂ ਨੇ ਇਹ ਮਨ ਸਵਾਰ ਲਿਆ ਹੈ। ਪਰਮੇਸ਼ਰ ਵੱਲੋਂ ਮਨ ਨੂੰ, ਪਰਮੇਸ਼ਰ ਵੱਲ ਮਨ ਨੂੰ ਲਾ ਕੇ, ਤੇ ਜਦੋਂ ਇਹ ਹੋਰ ਦਵੈਤ ਵਿੱਚੋਂ ਮੁੜ ਜਾਂਦਾ ਹੈ, ਤੇ ਇਹ ਉਹ ਗੁਰਮੁਖਾਂ ਨੇ ਮਨ ਨੂੰ ਸਵਾਰ ਲਿਆ ਹੈ। ਹਉਮੈ ਵਿੱਚੋਂ ਤਜੇ ਵਿਕਾਰ, ਹਿਰਦੇ ਵਿੱਚ ਹੰਗਤਾ ਮਮਤਾ ਅਤੇ ਕਾਮ ਕ੍ਰੋਧ ਲੋਭ ਆਦਿ ਵਿਕਾਰ ਵੀ ਛੱਡ ਦਿੱਤੇ ਹਨ। ਇਸ ਪ੍ਰਕਾਰ ਗੁਰਮੁਖ ਜਨ ਸਦਾ ਸੁਤੰਤਰ ਚੇਤਨ ਸਰੂਪ ਵਿੱਚ ਜੁੜੇ ਰਹਿੰਦੇ ਹਨ। ਇਸ ਪ੍ਰਕਾਰ ਗੁਰਮੁਖਾਂ ਨੇ ਇਹ ਮਨ ਸਵਾਰ ਲਿਆ ਹੈ। ਹਿਰਦੇ ਵਿੱਚ ਹੰਗਤਾ ਮਮਤਾ ਅਤੇ ਕਾਮ ਕ੍ਰੋਧ ਲੋਭ ਮੋਹ ਆਦਿਕ ਵਿਕਾਰ ਵੀ ਛੱਡ ਦਿੱਤੇ ਹਨ। ਇਸ ਪ੍ਰਕਾਰ ਗੁਰਮੁਖ ਜਨ ਸਦਾ ਸੁਤੰਤਰ ਚੇਤਨ ਸਰੂਪ ਵਿੱਚ ਜੁੜੇ ਰਹਿੰਦੇ ਹਨ। ਜੋ ਧੁਰ ਰਾਖਿਆ ਨ ਮੇਲ ਮਿਲਾਏ, ਜੋ ਪਰਮੇਸ਼ਰ ਨੇ ਧੁਰੋਂ ਗੁਰਾਂ ਦੇ ਮੇਲ ਵਿੱਚ ਮਿਲਾ ਕੇ ਰੱਖਣਾ ਕੀਤੇ ਹਨ, ਕਦੇ ਨਾ ਵਿਛੜੇ ਸ਼ਬਦ ਸਮਾਏ। ਉਹਨਾਂ ਦਾ ਵਾਹਿਗੁਰੂ ਨਾਲੋਂ ਕਦੇ ਵੀ ਵਿਛੜੇ ਵਿਛੋੜਾ ਨਹੀਂ ਹੁੰਦਾ ਅਤੇ ਸਦਾ ਬ੍ਰਹਮ ਵਿੱਚ ਹੀ ਸਮਾ ਜਾਂਦੇ ਹਨ, ਅਭੇਦ ਹੋਏ ਰਹਿੰਦੇ ਹਨ। ਭਾਵ ਉਹ ਗੁਰਾਂ ਦੇ ਸ਼ਬਦ ਵਿੱਚ ਮਸਤ ਹੋ ਕੇ ਕਦੇ ਵਿਛੜਦੇ ਨਹੀਂ
ਆਪਣੀ ਕਲਾ ਆਪੇ ਜਾਣੈ। ਜਿਸ ਮਨ ਨੂੰ ਰੋਕਣਾ ਹੈ, ਇਹ ਉਸ ਵਾਹਿਗੁਰੂ ਦੀ ਆਪਣੀ ਕਲਾ, ਆਪਣੀ ਸ਼ਕਤੀ ਹੈ। ਜੋ ਇਸ ਮਨ ਨੂੰ ਰੋਕਣਾ ਹੈ, ਇਹ ਉਸ ਵਾਹਿਗੁਰੂ ਦੀ ਆਪਣੀ ਸ਼ਕਤੀ ਹੈ, ਆਪਣੀ ਕਲਾ ਹੈ। ਪੰਜ ਤੱਤਾਂ ਦਾ ਅਤੇ ਸੰਸਾਰ ਦਾ ਜਿੰਨਾ ਵੀ ਪਸਾਰਾ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਸ਼ਕਤੀ ਹੈ। ਇਸ ਨੂੰ ਉਹ ਆਪੇ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੈ। ਗੁਰੂ ਜੀ ਕਥਨ ਕਰਦੇ ਹਨ ਕਿ ਜੋ ਗੁਰਮੁਖ ਜਨ ਵਾਹਿਗੁਰੂ ਨਾਮ ਦੇ ਸਿਮਰਨ ਦੁਆਰਾ ਮਨ ਨੂੰ ਰੋਕਣਾ ਕਰਦੇ ਹਨ, ਕਿ ਮਨ ਨੂੰ ਪਛਾਣ ਲੈਂਦੇ ਹਨ, ਉਹ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦੇ ਹਨ। ਨਾਨਕ ਗੁਰਮੁਖ ਨਾਮ ਪਛਾਣੈ। ਸਤਿਗੁਰੂ ਜੀ ਕਥਨ ਕਰਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ, ਜੋ ਗੁਰਮੁਖ ਜਨ ਵਾਹਿਗੁਰੂ ਨਾਮ ਦੇ ਸਿਮਰਨ ਦੁਆਰਾ ਮਨ ਨੂੰ ਰੋਕਣਾ ਕਰਦੇ ਹਨ, ਉਹ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਗੌੜੀ ਗੁਆਰੇਰੀ ਮਹੱਲਾ ਤੀਜਾ। ਹਉਮੈ ਵਿੱਚ ਸਭ ਜਗ ਬਉਰਾਨਾ, ਦੂਜੈ ਭਾਏ ਭਰਮ ਭੁਲਾਨਾ। ਬਹੁ ਚਿੰਤਾ ਚਿੰਤਵੈ ਆਪ ਨਾ ਪਛਾਣਾ, ਧੰਦਾ ਕਰਤਿਆਂ ਅਨਦਿਨ ਬਿਹਾਨਾ। ਹਿਰਦੈ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ। ਰਹਾਉ ਗੁਰਮੁਖ ਹਿਰਦੈ ਜਿਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਹਉਮੈ ਮਾਰ ਗੁਰ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ, ਧਾਵਤ ਵਰਜੇ ਠਾਕੁਰ ਹਾਏ। ਨਾਵ ਨਿਧ ਸਿੱਧ ਗੁਰ ਤੇ ਪਾਏ, ਕਰ ਕਿਰਪਾ ਤੇ ਹਰ ਮਨ ਬਸੈ। ਕਰ ਕਿਰਪਾ ਤੇ ਹਰ ਬਸੈ ਮਨ ਆਏ। ਰਾਮ ਰਾਮ ਕਰਤਿਆਂ ਸੁਖ ਸਾਤ ਸਰੀਰ, ਅੰਤਰ ਬਸੈ ਨਾ ਲਾਗੈ ਜਮ ਪੀਰ। ਆਪੇ ਸਹਿਬ ਆਪ ਬਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਆਪੇ ਸਾਹਿਬ ਆਪ ਬਜੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਗੌੜੀ ਰਾਗ ਦੇ ਅੰਦਰ ਮਹੱਲਾ ਤੀਜਾ, ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ 149 ਅੰਗ ਤੇ ਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਉਮੈ ਵਿੱਚ ਸਭ ਜਗ ਬਉਰਾਨਾ। ਮਹਾਰਾਜ ਜੀ ਕਹਿਣ ਲੱਗੇ, ਹਉਮੈ ਹੰਗਤਾ ਮਮਤਾ ਵਿੱਚ ਸਾਰਾ ਜਗ, ਸਾਰਾ ਸੰਸਾਰ ਬਉਰਾਨਾ ਹੋ ਰਿਹਾ ਹੈ, ਕਮਲਾ ਹੋ ਰਿਹਾ ਹੈ। ਹਉਮੈ ਵਿੱਚ ਸਭ ਜਗ ਬਉਰਾਨਾ, ਕਿ ਹਉਮੈ ਦੇ ਵਿੱਚ, ਹੰਗਤਾ ਮਮਤਾ ਦੇ ਵਿੱਚ ਸਾਰਾ ਜਗ, ਸਾਰਾ ਸੰਸਾਰ ਬਉਰਾਨਾ ਹੋ ਰਿਹਾ ਹੈ, ਕਮਲਾ ਹੋ ਰਿਹਾ ਹੈ। ਦੂਜੈ ਭਾਏ ਭਰਮ ਭੁਲਾਨਾ, ਕਿ ਦੂਜੈ ਦਵੈਤ ਭਾਵ ਹੋਣ ਕਰਕੇ ਸਾਰਾ ਸੰਸਾਰ ਭਰਮ ਦੇ ਭੁੱਲਣ ਵਿੱਚ ਆ ਰਿਹਾ ਹੈ, ਕਿ ਪਰਮੇਸ਼ਰ ਨੂੰ ਛੱਡ ਕੇ ਦੂਜੇ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਲੱਗਣ ਕਰਕੇ ਸਾਰਾ ਸੰਸਾਰ ਭਰਮ ਦੇ ਭੁੱਲਣ ਕਰਕੇ, ਭੁਲੇਖਾ ਪੈਣ ਕਰਕੇ ਕਿ ਇੱਥੋਂ ਪਰਮੇਸ਼ਰ ਮਿਲੂਗਾ, ਇਹ ਭਰਮ ਦੇ ਵਿੱਚ ਆ ਰਿਹਾ ਹੈ, ਭਰਮ ਪੈ ਰਿਹਾ ਹੈ। ਇਸ ਸੰਸਾਰ ਨੂੰ
ਪਰ ਬਹੁਤ ਚਿੰਤਾ ਚਿੰਤਵੈ ਆਪ ਨਾ ਪਛਾਨਾ। ਬਹੁਤੀਆਂ ਚਿੰਤਾ ਬਹੁਤੀਆਂ ਸੋਚਾਂ ਨੂੰ ਚਿਤਵਦਾ ਰਹਿੰਦਾ ਹੈ। ਆਪ ਨਾ ਪਛਾਨਾ ਪਰੰਤੂ ਆਪਣੇ ਸਰੂਪ ਨੂੰ ਨਹੀਂ ਪਛਾਣਦਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਆਪ ਦੀ ਪਛਾਣ ਨਹੀਂ ਕਰਦਾ, ਆਪਣੇ ਪਰਮੇਸ਼ਰ ਦੀ ਪਛਾਣ ਨਹੀਂ ਕਰਦਾ, ਆਪਣੇ ਆਪ ਨੂੰ ਪਰਮੇਸ਼ਰ ਵੱਲ ਨਹੀਂ ਲਾਉਂਦਾ, ਦੇਵੀ ਦੇਵਤਿਆਂ ਵੱਲ ਲਾਈ ਫਿਰਦਾ ਹੈ। ਜਾਂ ਫਿਰ ਧੰਦਾ ਕਰਤਿਆਂ ਅਨ ਦਿਨ ਬਿਹਾਨਾ, ਇਉਂ ਧੰਦਾ ਕਾਰ ਵਿਹਾਰ ਕਰਦਿਆਂ ਹੀ ਅਨ ਦਿਨ ਰਾਤ ਦਿਨ ਬਤੀਤ ਹੁੰਦਾ ਜਾ ਰਿਹਾ ਹੈ। ਪਰ ਮਹਾਰਾਜ ਜੀ ਨੇ ਇਹ ਧੰਦੇ ਕਰਨੋਂ ਨਹੀਂ ਰੋਕਿਆ, ਧੰਦਿਆਂ ਦੇ ਵਿੱਚ ਖਚਤ ਹੋਣ ਤੋਂ ਰੋਕਿਆ ਹੈ ਕਿ ਹਾਥ ਪਾਓ ਦੋਏ ਕਾਮ ਕਰ ਚੀਤ ਨਿਰੰਜਨ ਨਾਲ। ਭਗਤ ਕਬੀਰ ਜੀ ਨੂੰ ਵੀ ਆਖਿਆ ਸੀ ਕਿ ਤੂੰ ਤਾਂ ਉਲਝ ਗਿਆ, ਤਾਣੀ ਮੁੜਦਾ ਰਹਿੰਦਾ ਹੈ। ਭਗਤ ਕਬੀਰ ਜੀ ਨੇ ਆਖਿਆ ਸੀ ਕਿ ਹਾਥ ਪਾਓ ਦੋਏ ਕਾਮ ਕਰ ਚੀਤ ਨਿਰੰਜਨ ਨਾਲ। ਚਿੱਤ ਪਰਮੇਸ਼ਰ ਦੇ ਵਿੱਚ ਹੋਵੇ, ਕੰਮ ਜੀਵ ਕਿੰਨਾ ਵੀ ਕਰੀ ਜਾਵੇ, ਕੰਮ ਕਰਦਿਆਂ ਵਾਹਿਗੁਰੂ ਵਾਹਿਗੁਰੂ ਉਚਾਰਨ ਕਰੇ। ਮਹਾਰਾਜ ਜੀ ਕਹਿਣ ਲੱਗੇ, ਹਿਰਦੈ ਰਾਮ ਰਮੋ ਮੇਰੇ ਭਾਈ। ਹੇ ਮੇਰੇ ਭਾਈ, ਜੇ ਤੁਸੀਂ ਭਰਮ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਰਮੋ ਉਚਾਰਨ ਕਰੋ, ਵਾਹਿਗੁਰੂ ਵਾਹਿਗੁਰੂ ਉਚਾਰਨ ਕਰੋ, ਉਸ ਪਰਮੇਸ਼ਰ ਦਾ ਨਾਮ ਜਪਣਾ ਕਰੋ। ਹਿਰਦੈ ਰਾਮ ਰਮੋ ਮੇਰੇ ਭਾਈ। ਹੇ ਮੇਰੇ ਭਾਈ, ਜੋ ਤੁਸੀਂ ਭਰਮ ਤੋਂ ਛੁੱਟਣਾ ਚਾਹੁੰਦੇ ਹੋ ਤਾਂ ਗੁਰਮੁਖਾਂ ਦੀ ਸੰਗਤ ਨਾਲ ਮਿਲ ਕੇ ਹਿਰਦੇ ਵਿੱਚ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਰਮਣਾ ਕਰੋ, ਉਚਾਰਨ ਕਰੋ। ਕਿਉਂਕਿ ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਕਿਉਂਕਿ ਗੁਰਮੁਖ ਜਾਣੇ ਆਪਣੀ ਰਸਨਾ, ਆਪਣੀ ਜਿਹਬਾ ਪਰਮੇਸ਼ਰ ਦੇ ਨਾਮ ਰਸ ਵਿੱਚ ਰਸਾਈ ਹੋਈ ਹੈ। ਹਰੀ ਜੋ ਸਾਰਿਆਂ ਰਸਾਂ ਵਿੱਚ ਰਸਿਆ ਹੋਇਆ ਹੈ, ਉਸ ਵਿੱਚ ਗੁਰਮੁਖ ਜਨਾਂ ਨੇ ਆਪਣੀ ਬਿਰਤੀ ਰੂਪੀ ਰਸਨਾ ਰਸਾਈ ਹੋਈ ਹੈ। ਸਾਰਿਆਂ ਰਸਾਂ ਵਿੱਚ ਰਾਸ ਰੂਪ ਹਰੀ ਆਪ ਹੈ, ਉਸ ਵਿੱਚ ਗੁਰਮੁਖ ਜਨਾਂ ਨੇ ਆਪਣੀ ਜਿਹੜੀ ਰਸਨਾ ਹੈ, ਜਿਹਬਾ ਹੈ, ਉਹ ਪਰਮੇਸ਼ਰ ਦੇ ਰਸ ਦੇ ਵਿੱਚ ਰਸਾਈ ਹੋਈ ਹੈ। ਰਹਾਓ। ਵਿਸਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਗੁਰਮੁਖ ਹਿਰਦੈ ਜਿਨ ਰਾਮ ਪਛਾਤਾ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ। ਜਿਨ੍ਹਾਂ ਗੁਰਮੁਖ ਅਧਿਕਾਰੀਆਂ ਨੇ ਗੁਰਾਂ ਦੁਆਰਾ ਹਰੀ ਨੂੰ ਹਿਰਦੇ ਵਿੱਚ ਪਛਾਤਾ ਭਾਵ ਪਛਾਣ ਲਿਆ ਹੈ। ਗੁਰਮੁਖ ਹਿਰਦੈ ਜਿਨ ਰਾਮ ਪਛਾਤਾ। ਜਿਨ੍ਹਾਂ ਗੁਰਮੁਖ ਅਧਿਕਾਰੀਆਂ ਨੇ ਗੁਰਾਂ ਦੁਆਰਾ ਹਰੀ ਨੂੰ ਹਿਰਦੇ ਵਿੱਚ ਪਛਾਣ ਲਿਆ ਹੈ। ਜਗ ਜੀਵਨ ਸੇਵ ਜੁਗ ਚਾਰੇ ਜਾਤਾ। ਉਹਨਾਂ ਨੇ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲੇ ਦਾ ਸਿਮਰਨ ਕਰਕੇ ਉਸ ਵਿਆਪਕ ਨੂੰ ਚਾਰੇ ਯੁੱਗਾਂ ਵਿੱਚ ਜਾਣ ਲਿਆ ਹੈ। ਜੋ ਪਰਮੇਸ਼ਰ ਚਾਰੇ ਯੁੱਗਾਂ ਦੇ ਵਿੱਚ ਵਿਆਪਕ ਹੈ ਕਿ ਜਿਨ੍ਹਾਂ ਗੁਰਮੁਖ ਅਧਿਕਾਰੀਆਂ ਨੇ ਗੁਰਾਂ ਦੁਆਰਾ ਹਰੀ ਨੂੰ ਹਿਰਦੇ ਵਿੱਚ ਪਛਾਣ ਲਿਆ ਹੈ ਕਿ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ ਕੇ ਹਿਰਦੇ ਵਿੱਚ ਪਰਮੇਸ਼ਰ ਵਸ ਰਿਹਾ ਹੈ, ਤਾਂ ਫਿਰ ਉਹਨਾਂ ਨੇ ਜਗ ਜੀਵਨ ਜਗਤ ਨੂੰ ਜੀਵਨ ਦੇਣ ਵਾਲੇ ਦਾ ਸਿਮਰਨ ਕਰਕੇ ਉਸ ਵਿਆਪਕ ਨੂੰ ਚਾਰੇ ਯੁੱਗਾਂ ਵਿੱਚ ਜਾਣ ਲਿਆ ਹੈ। ਚਾਰੇ ਯੁੱਗਾਂ ਵਿੱਚ ਧਰੂੰ ਪ੍ਰਹਿਲਾਦ ਆਦਿਕ ਮਹਾਂਪੁਰਖ ਜਾਣੇ ਗਏ ਹਨ ਨਾਮ ਜਪਣੇ ਕਰਕੇ। ਹਉਮੈ ਮਾਰ ਗੁਰ ਸ਼ਬਦ ਪਛਾਤਾ। ਜਿਨ੍ਹਾਂ ਨੇ ਹਉਮੈ ਹੰਗਤਾ ਮਮਤਾ ਮਾਰ ਲਈ ਹੈ, ਉਹਨਾਂ ਨੇ ਗੁਰਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਪਛਾਣ ਲਿਆ ਹੈ। ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਜਿਸ ਉੱਤੇ ਕਰਮ ਵਿਧਾਤਾ ਫਲ ਵਰਦਾਤਾ ਪ੍ਰਭੂ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰਦਾ ਹੈ ਕਿ ਸੇ ਜਨ ਸੱਚੇ ਜੋ ਗੁਰ ਸ਼ਬਦ ਮਿਲਾਏ। ਉਹ ਜਨ ਉਹ ਭਗਤ ਸੱਚੇ ਹਨ
ਜਿਸ ਉੱਤੇ ਕਰਮ ਵਿਧਾਤਾ ਫਲ ਵਰਦਾਤਾ ਪ੍ਰਭੂ ਅਕਾਲ ਪੁਰਖ ਕਿਰਪਾ ਦ੍ਰਿਸ਼ਟੀ ਕਰਦਾ ਹੈ। ਉਹ ਜਨ ਉਹ ਭਗਤ ਸੱਚੇ ਹਨ, ਜਿਹੜੇ ਗੁਰੂ ਸਾਹਿਬ ਜੀ ਨੇ ਸ਼ਬਦ ਦੁਆਰਾ ਆਪਣੇ ਵਿੱਚ ਮੇਲ ਲਏ ਹਨ। ਜਦੋਂ ਮੇਲ ਲੈਂਦਾ ਹੈ ਫਿਰ ਧਾਵਤ ਵਰਜੈ ਠਾਕ ਰਹਾਏ। ਉਹਨਾਂ ਨੇ ਵਾਸਨਾ ਵੱਲੋਂ ਦੌੜਦੇ ਹੋਏ ਮਨ ਨੂੰ ਵਰਜ ਲਿਆ ਹੈ, ਰੋਕ ਲਿਆ ਹੈ, ਅਤੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਠਾਕ ਰਹਾਏ, ਠਾਕ ਰੋਕ ਕੇ ਰੱਖਿਆ ਹੈ। ਧਾਵਤ ਵਰਜੇ ਠਾਕ ਰਹਾਏ ਕਿ ਉਹਨਾਂ ਵਾਸਨਾ ਵੱਲੋਂ ਦੌੜਦੇ ਹੋਏ ਮਨ ਨੂੰ ਰੋਕ ਲਿਆ ਹੈ ਅਤੇ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਿਆ ਹੈ। ਨਾਮ ਨਾਮ ਨਿਧ ਗੁਰ ਤੇ ਪਾਏ। ਹੈ ਭਾਈ, ਨਾਮ ਹੀ ਨਭ ਨੌ ਨਿਧੀਆਂ ਦੇ ਦੇਣ ਵਾਲਾ ਹੈ। ਨਾਮ ਨਾਮ ਨਿਧ ਕੇ ਨਾਮ ਹੀ ਨਭ ਨੌ ਨਿਧੀਆਂ ਦੇ ਦੇਣ ਵਾਲਾ ਹੈ। ਜੋ ਗੁਰ ਤੇ ਪਾਏ, ਜੋ ਗੁਰਾਂ ਤੋਂ ਪਾਇਆ ਜਾਂਦਾ ਹੈ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਗੁਰਮੁਖ ਜਨ ਹਉਮੈ ਨਹੀਂ ਕਰਦੇ ਕਿ ਸਾਡੇ ਅੰਦਰ ਨਾਮ ਵਸ ਗਿਆ ਹੈ, ਸਗੋਂ ਕਹਿੰਦੇ ਹਨ ਕਿ ਹਰੀ ਅਕਾਲ ਪੁਰਖ ਦੀ ਕਿਰਪਾ ਮਿਹਰ ਦ੍ਰਿਸ਼ਟੀ ਤੋਂ ਹੀ ਹਰੀ ਮਨ ਵਿੱਚ ਆ ਕੇ ਵਸਿਆ ਹੈ। ਹਰ ਕਿਰਪਾ ਤੇ ਹਰ ਵਸੈ ਮਨ ਆਏ। ਜੋ ਗੁਰਮੁਖ ਜਨ ਹੁੰਦੇ ਹਨ ਉਹ ਹਉਮੈ ਨਹੀਂ ਕਰਦੇ ਕਿ ਸਾਡੇ ਅੰਦਰ ਨਾਮ ਵਸ ਗਿਆ ਹੈ, ਸਗੋਂ ਕਹਿੰਦੇ ਹਨ ਕਿ ਹਰੀ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਹਰੀ ਮਨ ਵਿੱਚ ਆ ਕੇ ਬਸਿਆ ਹੈ। ਰਾਮ ਰਾਮ ਕਹਿਤਿਆ ਸੁਖ ਸਾਤ ਸਰੀਰ। ਹੈ ਭਾਈ, ਰਾਮ ਰਵੇਂ ਹੋਏ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਿਆਂ, ਰਾਮ ਰਾਮ ਕਹਿੰਦਿਆਂ ਸਰੀਰ ਵਿੱਚ ਸ਼ਾਂਤੀ ਅਤੇ ਸੁੱਖ ਪ੍ਰਾਪਤ ਹੁੰਦਾ ਹੈ। ਰਾਮ ਰਾਮ ਕਰਤਿਆਂ ਸੁਖ ਸਾਤ ਸਰੀਰ। ਹੈ ਭਾਈ, ਰਮੇ ਹੋਏ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਿਆਂ ਸਰੀਰ ਵਿੱਚ ਸ਼ਾਂਤੀ ਅਤੇ ਸੁੱਖ ਪ੍ਰਾਪਤ ਹੁੰਦਾ ਹੈ। ਅੰਤਰ ਵਸੈ ਨਾ ਲਾਗੈ ਜਮ ਪੀਰ। ਹੈ ਭਾਈ, ਜੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਏ, ਅੰਤਰ ਵਸੈ। ਹੈ ਭਾਈ, ਜੇ ਹਿਰਦੇ ਅੰਤਰ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਏ ਤਾਂ ਨਾ ਲਾਗੈ ਜਮ ਪੀਰ, ਤਾਂ ਫਿਰ ਜਮਾਂ ਦੀ ਪੀੜ ਨਹੀਂ ਲੱਗਦੀ, ਜ਼ਮਾਨੇ ਦੀ ਪੀੜ ਨਹੀਂ ਲੱਗਦੀ। ਆਪੇ ਸਾਹਿਬ ਆਪ ਵਜੀਰ। ਉਹ ਪਰਮੇਸ਼ਰ ਆਪ ਹੀ ਸਾਹਿਬ ਰੂਪ ਹੈ, ਆਪ ਹੀ ਤਤ ਵੇਤਾ ਬ੍ਰਹਮ ਗਿਆਨੀ ਰੂਪ ਵਜੀਰ ਹੈ। ਗੁਰੂ ਸਰੂਪ ਸਾਹਿਬ ਵੀ ਆਪ ਹੀ ਹੈ ਅਤੇ ਸੰਤ ਰੂਪ ਵਜੀਰ ਵੀ ਆਪ ਹੀ ਹੈ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹਮੇਸ਼ਾ ਉਸ ਵਾਹਿਗੁਰੂ ਦਾ ਸੇਵਨ ਕਰੋ, ਸਿਮਰਨ ਕਰੋ, ਜੋ ਅਕਾਲ ਪੁਰਖ ਗੁਣਾਂ ਦਾ ਗਹੀਰ, ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਸਮੁੰਦਰ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਕਿਉ ਬਿਸਰੈ ਜਿਸਕੇ ਜੀ ਪਰਾਨਾ। ਸੋ ਕਿਉ ਬਿਸਰੈ ਸਭ ਮਾਹੇ ਸਮਾਨਾ। ਜਿਸ ਸੇਵਿਐ ਦਰਗਹਿ ਪਤ ਪਰਵਾਨਾ। ਹਰ ਕੇ ਨਾਮ ਬਿਟਹੁ ਬਲ ਜਾਓ। ਤੂੰ ਬਿਸਰਹਿ ਤਦ ਹੀ ਮਰ ਜਾਓ। ਰਹਾਉ ਤਿਨ ਤੋਂ ਬਿਸਰਹਿ ਜੇ ਤੁਧ ਆਪ ਭੁਲਾਏ। ਤਿਨ ਤੋਂ ਬਿਸਰਹਿ ਜੇ ਦੂਜੈ ਭਾਏ। ਮਨਮੁਖ ਅਗਿਆਨੀ ਜੋਨੀ ਪਾਏ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਬਸਾਏ। ਗੁਰਮਤੀ ਹਰ ਨਾਮ ਸਮਾਏ। ਜਿਨਾ ਪੋਤੈ ਪੁੰਨ
ਸੇ ਗਿਆਨ ਵਿਚਾਰੀ। ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਿਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੌੜੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸੋ ਕਿਉ ਬਿਸਰੈ ਜਿਸ ਕੇ ਜੀ ਪ੍ਰਾਨਾ। ਸੋ ਉਹ ਵਾਹਿਗੁਰੂ ਕਿਵੇਂ ਭੁੱਲੇ। ਜਿਸ ਕੇ ਜੀ ਪ੍ਰਾਨਾ, ਜਿਸ ਕੇ ਜੀ ਜਿੰਦ ਤੇ ਪ੍ਰਾਨਾ ਪ੍ਰਾਣ ਦਿੱਤੇ ਹੋਏ ਹਨ। ਸੋ ਕਿਉ ਬਿਸਰੈ ਜਿਸ ਕੇ ਜੀ ਪ੍ਰਾਨਾ, ਕਿ ਉਹ ਵਾਹਿਗੁਰੂ ਕਿਵੇਂ ਭੁੱਲੇ ਜਿਸ ਦੇ ਜਿੰਦ ਤੇ ਪ੍ਰਾਣ ਦਿੱਤੇ ਹੋਏ ਹਨ। ਸੋ ਕਿਉ ਬਿਸਰੈ ਸਭ ਮਾਹੇ ਸਮਾਨਾ। ਸੋ ਉਹ ਪਰਮੇਸ਼ਰ ਕਿਵੇਂ ਬਿਸਰੇ, ਕਿਵੇਂ ਭੁੱਲੇ, ਜੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਭਾਵ ਵਿਆਪਕ ਹੈ। ਜਿਤ ਸੇਵਿਐ ਦਰਗਹਿ ਪਤ ਪਰਵਾਨਾ। ਜਿਸ ਸਾਹਿਬ ਦੇ ਸੇਵਿਆ ਸਿਮਰਨ ਕਰਨੇ ਕਰਕੇ ਦਰਗਾਹ ਦੇ ਵਿੱਚ ਇੱਜ਼ਤ ਪ੍ਰਵਾਨ ਹੁੰਦੀ ਹੈ, ਲੋਕ ਪਰਲੋਕ ਪ੍ਰਵਾਨ ਹੋਈਦਾ ਹੈ। ਫਿਰ ਉਹ ਪਰਮੇਸ਼ਰ ਕਿਉਂ ਬਿਸਰੇ, ਕਿਉਂ ਭੁੱਲੇ। ਹਰ ਕੇ ਨਾਮ ਬਿਟਹੁ ਬਲ ਜਾਓ। ਮਹਾਰਾਜ ਜੀ ਕਹਿਣ ਲੱਗੇ, ਐਸੇ ਹਰੀ ਅਕਾਲ ਪੁਰਖ ਦੇ ਨਾਮ ਬਿਟਹੁ ਹੁੰਦਾ ਉੱਪਰੋਂ, ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਹਰ ਕੇ ਨਾਮ ਬਿਟਹੁ ਬਲ ਜਾਓ, ਕਿ ਐਸੇ ਹਰੀ ਅਕਾਲ ਪੁਰਖ ਦੇ ਨਾਮ ਉੱਪਰੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਤੂੰ ਬਿਸਰੇ ਤਦ ਹੀ ਮਰ ਜਾਓ। ਮਹਾਰਾਜ ਜੀ ਕਹਿਣ ਲੱਗੇ, ਹੇ ਪਰਮੇਸ਼ਰ, ਜਿਸ ਵੇਲੇ ਤੂੰ ਬਿਸਰਹਿ ਭੁੱਲ ਜਾਂਦਾ ਹੈ, ਉਸੇ ਵੇਲੇ ਹੀ ਮੇਰਾ ਮਰ ਜਾਓ ਮਰਨਾ ਹੁੰਦਾ ਹੈ, ਮਰ ਜਾਣਾ ਹੁੰਦਾ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਜੀ ਕਥਨ ਕਰਦੇ ਹਨ, ਤਿਨ ਤੂੰ ਬਿਸਰਹਿ ਜੇ ਤੁਧ ਆਪ ਭੁਲਾਏ। ਹੇ ਪਰਮੇਸ਼ਰ, ਤਿਨ ਉਹਨਾਂ ਨੂੰ ਤੂੰ ਭੁੱਲਦਾ ਹੈ ਜਿਹੜੇ ਤੂੰ ਮਾਇਆ ਦੇ ਮੋਹ ਵਿੱਚ ਪਾ ਕੇ ਆਪਣੇ ਵੱਲੋਂ ਭੁਲਾ ਦਿੱਤੇ ਹਨ। ਉਹੀ ਤੈਨੂੰ ਭੁਲਾਉਂਦੇ ਹਨ, ਜਿਨ੍ਹਾਂ ਨੂੰ ਤੂੰ ਆਪ ਮਾਇਆ ਵਿੱਚ ਲਾ ਕੇ ਭੁਲਾ ਦਿੱਤਾ ਹੈ। ਜਿਹੜੇ ਆਪ ਤੈਨੂੰ ਭੁਲਾ ਦਿੰਦੇ ਹਨ, ਉਹੀ ਤੈਨੂੰ ਭੁੱਲਦੇ ਹਨ। ਮਹਾਰਾਜ, ਜਿਸ ਤੋਂ ਬਿਸਰੇ ਜੇ ਦੂਜੈ ਭਾਏ। ਹੇ ਪਰਮੇਸ਼ਰ, ਉਹਨਾਂ ਨੂੰ ਤੂੰ ਭੁੱਲ ਜਾਂਦਾ ਹੈ ਜਿਹੜੇ ਦੂਜੈ ਭਾਏ। ਜੇ ਦੂਜੈ ਭਾਏ, ਜਿਹੜੇ ਦੂਜੈ ਦਵੈਤ ਭਾਵ ਵਿੱਚ ਲੱਗ ਜਾਂਦੇ ਹਨ, ਜਿਹੜੇ ਦੂਜੀਆਂ ਚੀਜ਼ਾਂ ਨਾਲ ਪ੍ਰੇਮ ਕਰਦੇ ਹਨ, ਕਿ ਉਸ ਪਰਮੇਸ਼ਰ ਦੀ ਦਿੱਤੀ ਹੋਈ ਵਸਤੂ ਨੂੰ ਭੁੱਲ ਕੇ ਕਿ ਹੋਰ ਚੀਜ਼ਾਂ ਨਾਲ ਪ੍ਰੇਮ ਕਰਦੇ ਹਨ, ਪਿਆਰ ਕਰਦੇ ਹਨ। ਦਾਤ ਪਿਆਰੀ ਬਿਸਰਿਆ ਦਾ ਤਾਰਾ, ਕਿ ਉਸ ਪਰਮੇਸ਼ਰ ਦੀਆਂ ਦਾਤਾਂ ਦਿੱਤੀਆਂ ਹੋਈਆਂ ਹਨ, ਜੋ ਪਦਾਰਥ ਖਾਂਦਾ ਹੈ ਤੇ ਜੋ ਇਹ ਵਸਤੂ ਭੋਗ ਰਿਹਾ ਹੈ, ਜੋ ਵੀ ਕੁਝ ਦਿੱਤਾ ਹੈ ਉਸ ਪਰਮੇਸ਼ਰ ਦਾ ਦਿੱਤਾ ਹੈ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦੇਂਦਿਆਂ ਟੋਟ ਨਾ ਆਵਈ ਅਗਣਤ ਭਰੇ ਭੰਡਾਰ। ਜਿਹੜਾ ਨਾਮ ਦੀ ਦਾਤ ਮੰਗਦਾ ਹੈ, ਨਾਮ ਦੀ ਦਾਤ ਬਖਸ਼ ਦਿੰਦਾ ਹੈ। ਜਿਹੜਾ ਵਸਤੂਆਂ ਮੰਗਦਾ ਹੈ, ਉਹ ਵਸਤੂਆਂ ਵੀ ਦੇ ਦਿੰਦਾ ਹੈ। ਪਰ ਜਿਹੜਾ ਨਾਮ ਦੀ ਦਾਤ ਮੰਗ ਕੇ ਨਾਮ ਦੇ ਵਿੱਚ ਖਚਿਤ ਹੋ ਜਾਂਦਾ ਹੈ, ਨਾਮ ਜਪਣ ਲੱਗ ਜਾਂਦਾ ਹੈ, ਉਸ ਨੂੰ ਵਡਿਆਈ ਮਿਲਦੀ ਹੈ। ਜਿਹੜਾ ਦਿੱਤੀਆਂ ਹੋਈਆਂ ਵਸਤੂਆਂ ਦੇ ਵਿੱਚ ਖਚਿਤ ਹੋ ਜਾਂਦਾ ਹੈ, ਉਹ ਪਰਮੇਸ਼ਰ ਦਾ ਨਾਮ ਭੁੱਲ ਜਾਂਦਾ ਹੈ, ਪਰਮੇਸ਼ਰ ਦੀ ਵਡਿਆਈ ਨੂੰ ਭੁੱਲ ਜਾਂਦਾ ਹੈ, ਉਸ ਪਰਮੇਸ਼ਰ ਦੇ ਦਿੱਤੇ ਹੋਏ ਨੂੰ ਭੁੱਲ ਜਾਂਦਾ ਹੈ ਤੇ ਉਸ ਨੂੰ ਭੁੱਲ ਕੇ ਦਵੈਤ ਭਾਵ ਵਿੱਚ ਲੱਗ ਜਾਂਦਾ ਹੈ।
ਜਿਹੜੇ ਦੂਜੀਆਂ ਚੀਜ਼ਾਂ ਨਾਲ ਪ੍ਰੇਮ ਕਰਦੇ ਹਨ, ਪਰਮੇਸ਼ਰ ਦੀਆਂ ਦਿੱਤੀਆਂ ਨਾਲ ਪ੍ਰੇਮ ਕਰਦੇ ਹਨ, ਪਰਮੇਸ਼ਰ ਨਾਲ ਨਹੀਂ ਕਰਦੇ, ਉਹ ਫਿਰ ਮਨਮੁਖ ਅਗਿਆਨੀ ਜੋਨੀ ਪਾਏ। ਹੇ ਪਰਮੇਸ਼ਰ, ਮਨਮੁਖ ਮਨ ਦੇ ਪਿੱਛੇ ਲੱਗਣ ਵਾਲੇ ਅਗਿਆਨੀਆਂ ਬੇਸਮਝ ਪੁਰਖਾਂ ਨੂੰ ਤੂੰ 84 ਲੱਖ ਜੂਨੀਆਂ ਵਿੱਚ ਪਾਉਣਾ ਕੀਤਾ ਹੈ, ਜਿਹੜੇ ਦਵੈਤ ਦੇ ਵਿੱਚ ਲੱਗ ਜਾਂਦੇ ਹਨ, ਦੂਜੀਆਂ ਚੀਜ਼ਾਂ ਨਾਲ ਪ੍ਰੇਮ ਕਰਦੇ ਹਨ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਜਿਨ ਇੱਕ ਮਨ ਤੁਠਾ ਸੇ ਸਤਿਗੁਰ ਸੇਵਾ ਲਾਏ। ਹੇ ਪਰਮੇਸ਼ਰ, ਜਿਨ੍ਹਾਂ ਉੱਤੇ ਤੂੰ ਤੁਠਾ ਹੈ, ਪ੍ਰਸੰਨ ਹੁੰਦਾ ਹੈ, ਉਹ ਇੱਕ ਮਨ ਇਕਾਗਰ ਚਿੱਤ ਹੋਣ, ਇਕਾਗਰ ਚਿੱਤ ਵਾਲੇ ਹੋਏ ਹਨ। ਜਿਨ੍ਹਾਂ ਨੇ ਇੱਕ ਮਨ ਹੋ ਕੇ ਜਪਿਆ ਹੈ, ਉਹਨਾਂ 'ਤੇ ਆਪ ਪ੍ਰਸੰਨ ਹੋਇਆ ਹੈ। ਉਹ ਤੂੰ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦੀ ਟਹਿਲ, ਸਤਿਗੁਰਾਂ ਦੇ ਸਿਮਰਨ ਵਿੱਚ ਲਾ ਦਿੱਤੇ ਹਨ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਇਕਾਗਰ ਮਨ ਦੇਖ ਕੇ ਤੂੰ ਪ੍ਰਸੰਨ ਹੋਇਆ ਹੈ, ਉਹਨਾਂ ਨੇ ਤੇਰੇ ਹਰ ਨਾਮ ਨੂੰ ਮਨ ਵਸਾਏ, ਮਨ ਦੇ ਵਿੱਚ ਵਸਾਇਆ ਹੋਇਆ ਹੈ। ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ। ਹੇ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਇਕਾਗਰ ਮਨ ਦੇਖ ਕੇ ਤੂੰ ਪ੍ਰਸੰਨ ਹੋਇਆ ਹੈ, ਖੁਸ਼ ਹੋਇਆ ਹੈ, ਉਹਨਾਂ ਨੇ ਤੇਰੇ ਹਰ ਨਾਮ ਨੂੰ ਮਨ ਦੇ ਵਿੱਚ ਵਸਾਇਆ ਹੋਇਆ ਹੈ। ਗੁਰਮਤਿ ਹਰ ਨਾਮ ਸਮਾਏ। ਹੇ ਪਰਮੇਸ਼ਰ, ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਨ ਵਾਲੇ ਹਰ ਨਾਮ ਸਮਾਏ, ਤੇਰੇ ਨਾਮ ਵਿੱਚ ਸਮਾ ਜਾਂਦੇ ਹਨ। ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ। ਜਿਨ੍ਹਾਂ ਪੋਤੈ ਪੁੰਨ, ਪੋਤੈ ਕਹਿਆ ਗਿਆ ਖਜ਼ਾਨੇ ਨੂੰ, ਕਿ ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ। ਜਿਨ੍ਹਾਂ ਦੇ ਹਿਰਦੇ ਰੂਪੀ ਪੋਤੇ, ਹਿਰਦੇ ਰੂਪੀ ਖਜ਼ਾਨੇ ਵਿੱਚ ਸ਼ੁਭ ਕਰਮ ਹਨ। ਪੁੰਨ ਕਿਹਾ ਸ਼ੁਭ ਕਰਮਾਂ ਨੂੰ, ਕਿ ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ ਵਿੱਚ ਸ਼ੁਭ ਕਰਮ ਹਨ। ਸੇ ਗਿਆਨ ਵਿਚਾਰੀ, ਉਹ ਸਰੂਪ ਦੇ ਗਿਆਨ ਦੀ ਵਿਚਾਰ ਵਾਲੇ ਹੋਏ ਹਨ। ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ। ਜਿਨ੍ਹਾਂ ਦੇ ਹਿਰਦੇ ਰੂਪੀ ਖਜ਼ਾਨੇ ਵਿੱਚ ਪੂਰਬਲੇ ਨਿਸਕਾਮ ਕਰਮਾਂ ਦੇ ਪੁੰਨ ਹਨ, ਉਹਨਾਂ ਨੇ ਦੇਹ ਦੀ ਹੰਗਤਾ ਮਾਰ ਲਈ ਹੈ। ਨਾਨਕ ਜੋ ਨਾਮ ਰਤੇ ਤਿਨ ਕੋ ਬਲਹਾਰੀ। ਨਾਨਕ ਜੋ ਨਾਮ ਰਤੇ ਤਿਨ ਕੋ ਬਲਹਾਰੀ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਗੁਰੂ ਅਮਰਦਾਸ ਮਹਾਰਾਜ ਜੀ, ਕਿ ਜਿਹੜੇ ਨਾਮ ਰੰਗ ਵਿੱਚ ਰੰਗੇ ਹਨ, ਉਹਨਾਂ ਤਾਈਂ ਬਲਹਾਰ ਕੁਰਬਾਨ ਜਾਣਾ ਕਰੀਏ। ਨਾਨਕ ਜੋ ਨਾਮ ਰਤੇ ਤਿਨ ਕੋ ਬਲਹਾਰੀ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜਿਹੜੇ ਨਾਮ ਰੰਗ ਵਿੱਚ ਰੰਗੇ ਹਨ, ਉਹਨਾਂ ਦੇ ਤਾਈਂ ਬਲਹਾਰ ਜਾਣਾ ਕਰੀਏ। ਗੌੜੀ ਗੁਆਰੇਰੀ ਮਹੱਲਾ ਤੀਜਾ। ਤੂੰ ਅਕਥ ਕਿਉ ਕਥਿਆ ਜਾਏ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਤੇਰੇ ਗੁਣ ਅਨੇਕ ਕੀਮਤ ਨਹਿ ਪਾਏ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ। ਤੇਰੀ ਅਕਥ ਕਥਾ ਗੁਰ ਸ਼ਬਦ ਬਖਾਣੀ ਰਹਾਉ। ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜਹ ਸਤਿਗੁਰ ਸਹਿਜੇ ਹਰ ਗੁਣ ਗਾਈ। ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ। ਗੁਰ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਅੰਤਰ ਹਰ ਨਾਮ ਸਮਾਏ। ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ।
ਪੂਰੇ ਸਤਿਗੁਰ ਸਿਉ ਲੱਗੈ ਪਿਆਰ। ਨਾਨਕ ਨਾਮ ਰਤੇ ਤਿਨ ਕੋ ਜੈਕਾਰ। ਗੌੜੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਰਮੇਸ਼ਰ ਦੀ ਵਡਿਆਈ ਕਰਦੇ ਹਨ। ਗੁਰਬਾਣੀ ਦੁਆਰਾ ਕਥਨ ਕਰਦੇ ਹਨ, ਤੂੰ ਅਕਥ ਕਿਉਂ ਕਥਿਆ ਜਾਏ। ਹੇ ਪਰਮੇਸ਼ਰ, ਤੂੰ ਵੇਦਾਂ ਸ਼ਾਸਤਰਾਂ ਸੁਰਤੀਆਂ ਸਿਮਰਤੀਆਂ ਸ਼ਕਤੀਆਂ ਬਿਰਤੀਆਂ ਕਰਕੇ ਅਕਥ ਕਥਨ ਤੋਂ ਰਹਿਤ ਸਰੂਪ ਹੈ। ਇਸ ਲਈ ਕਿਉਂ ਕਥਿਆ ਜਾਏ, ਇਸ ਲਈ ਤੂੰ ਕਿਉਂ ਕਿਵੇਂ ਕਥਿਆ ਜਾ ਸਕਦਾ ਹੈ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਗੁਰੂ ਸਾਹਿਬ ਜੀ ਦਾ ਸ਼ਬਦ, ਗੁਰੂ ਸਾਹਿਬ ਜੀ ਦਾ ਉਪਦੇਸ਼ ਲੱਖਣਾ ਬਿਰਤੀ ਕਰਕੇ ਜੋ ਕਥਨ ਕਰਦਾ ਹੈ, ਇਹ ਇੱਕ ਮਸਾਲਾ ਹੈ। ਜੇ ਮਨ ਦੇ ਵਿੱਚ ਸਮਾ ਜਾਵੇ ਤਾਂ ਮੰਦਾ ਸੁਭਾਅ ਮਾਰਿਆ ਜਾਂਦਾ ਹੈ। ਗੁਰ ਸ਼ਬਦ ਮਾਰਨ ਮਨ ਮਾਹੇ ਸਮਾਏ। ਗੁਰੂ ਸਾਹਿਬ ਜੀ ਦਾ ਸ਼ਬਦ, ਗੁਰੂ ਸਾਹਿਬ ਜੀ ਦਾ ਉਪਦੇਸ਼ ਲੱਖਣਾ ਬਿਰਤੀ ਕਰਕੇ ਜੋ ਕਥਨ ਕਰਦਾ ਹੈ, ਉਸ ਪਰਮੇਸ਼ਰ ਦਾ ਨਾਮ ਜਪਦਾ ਹੈ, ਇਹ ਇੱਕ ਮਸਾਲਾ ਹੈ। ਜੋ ਮਨ ਦੇ ਵਿੱਚ ਸਮਾ ਜਾਏ ਨਾਮ, ਤਾਂ ਮੰਦਾ ਸੁਭਾਅ ਮਾਰਿਆ ਜਾਂਦਾ ਹੈ। ਤੇਰੇ ਗੁਣ ਅਨੇਕ ਕੀਮਤ ਨਹੀਂ ਪਾਏ। ਹੇ ਮਹਾਰਾਜ, ਤੇਰੇ ਅਨੇਕਾਂ ਗੁਣ ਹਨ, ਕਿਸੇ ਦੇ ਪਾਸੋਂ ਕੀਮਤ ਨਹੀਂ ਪਾਈ ਜਾ ਸਕਦੀ। ਜਿਸ ਕੀ ਬਾਣੀ ਤਿਸ ਮਾਹੇ ਸਮਾਣੀ। ਜਿਸ ਆਪ ਜੀ ਦੀ ਬਾਣੀ ਹੈ, ਜੋ ਆਪ ਜੀ ਦੀ ਬਾਣੀ ਹੈ, ਉਸ ਆਪ ਜੀ ਦੇ ਵਿੱਚ ਹੀ ਸਮਾ ਜਾਣੀ ਹੈ। ਜਿਸ ਦੀ ਬਾਣੀ, ਜਿਸ ਦੀ ਬਣਾਵਟ ਹੈ, ਅੰਤ ਨੂੰ ਉਸ ਵਿੱਚ ਵੀ ਹੀ ਸਮਾ ਜਾਂਦੀ ਹੈ। ਜੋ ਇਹ ਮਨੁੱਖ ਹੈ, ਇਹ ਉਸ ਪਰਮੇਸ਼ਰ ਦੀ ਬਣਾਈ ਹੋਈ ਬਣਾਵਟ ਹੈ, ਅੰਤ ਨੂੰ ਉਸੇ ਵਿੱਚ ਹੀ ਸਮਾ ਜਾਂਦੀ ਹੈ। ਜਿਸ ਦੀ ਬਿਰਤੀ ਬਾਣੀ ਵਿੱਚ ਜੁੜ ਗਈ ਹੈ, ਉਸ ਦੀ ਬਿਰਤੀ ਪਰਮੇਸ਼ਰ ਵਿੱਚ ਸਮਾ ਗਈ ਹੈ। ਤੇਰੀ ਅਕਤ ਕਥਾ ਗੁਰ ਸ਼ਬਦ ਬਖਾਣੀ ਰਹਾਓ। ਹੇ ਪਰਮੇਸ਼ਰ, ਤੇਰੀ ਕਥਾ ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਹੈ, ਕਥੀ ਨਹੀਂ ਜਾ ਸਕਦੀ। ਪਰ ਗੁਰੂ ਸਾਹਿਬ ਜੀ ਨੇ ਉਪਦੇਸ਼ ਦੀ ਵਿਚਾਰ ਕਰਕੇ ਲੱਖਣਾ ਬਿਰਤੀ ਦੁਆਰਾ ਕਥਨ ਕੀਤੀ ਹੈ। ਰਹਾਓ। ਜਹ ਸਤਿਗੁਰ ਤਹ ਸਤ ਸੰਗਤ ਬਣਾਈ। ਜਹ ਜਿੱਥੇ ਸਤਿਗੁਰਾਂ ਦਾ ਨਿਵਾਸ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਸ਼ੋਭਤ ਹੋਣ, ਉੱਥੇ ਸਤ ਸੰਗਤ ਬਣਾਈ ਹੈ। ਜਹ ਸਤਿਗੁਰ, ਜਹ ਜਿੱਥੇ ਸਤਿਗੁਰਾਂ ਦਾ ਨਿਵਾਸ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਉੱਥੇ ਸਤ ਸੰਗਤ ਬਣਾਈ ਹੈ। ਉਸੇ ਨੂੰ ਹੀ ਸਤ ਸੰਗਤ ਕਿਹਾ ਜਾਂਦਾ ਹੈ। ਸਤ ਸੰਗਤ ਕੈਸੀ ਜਾਣੀਐ, ਜਿੱਥਾ ਏਕੋ ਨਾਮ ਬਖਾਣੀਐ। ਜਿੱਥੇ ਇੱਕ ਪਰਮੇਸ਼ਰ ਦੇ ਨਾਮ ਦੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੋਣ, ਤੇ ਸਤਿਗੁਰਾਂ ਦੇ ਨਿਵਾਸ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ। ਜਿੱਥੇ ਵੀ ਕਿਤੇ ਸਤ ਸੰਗਤ ਲੱਗਦੀ ਹੈ, ਦੀਵਾਨ ਸਾਹਿਬ ਸਜਾਏ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਥੇ ਸੁਸ਼ੋਭਿਤ ਹੁੰਦੇ ਹਨ, ਪ੍ਰਕਾਸ਼ਵਾਨ ਹੁੰਦੇ ਹਨ। ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਫਿਰ ਉੱਥੇ ਹੀ ਸਤ ਸੰਗਤ ਜਾਣੀ ਜਾਂਦੀ ਹੈ। ਬਿਨਾਂ ਸਤਿਗੁਰਾਂ ਦੇ ਨਿਵਾਸ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁਸ਼ੋਭਿਤ ਹੋਣ ਤੋਂ ਬਿਨਾਂ ਸਤ ਸੰਗਤ ਨਹੀਂ ਹੋ ਸਕਦੀ। ਸਤਿਗੁਰ ਵਾਜੋਂ ਸੰਗਤ ਨਾ ਹੋਈ। ਮਾਰੂ ਰਾਗ ਦੇ ਅੰਦਰ 1068 ਅੰਗ ਤੇ ਹੈ, ਸਤਿਗੁਰ ਵਾਜੋਂ ਸੰਗਤ ਨਾ ਹੋਈ। ਕਿ ਜਹ ਸਤਿਗੁਰ ਸਹਿਜੇ ਹਰ ਗੁਣ ਗਾਈ। ਜਹ ਜਿੱਥੇ ਸਤਿਗੁਰਾਂ ਦਾ ਨਿਵਾਸ ਹੋਵੇ,
ਉੱਥੇ ਸੁਤੇ ਸਿੱਧ ਹੀ ਹਰੀ ਅਕਾਲ ਪੁਰਖ ਦੇ ਗੁਣ ਗਾਈਏ। ਉੱਥੇ ਸੁਤੇ ਸਿੱਧ ਹੀ ਹਰੀ ਅਕਾਲ ਪੁਰਖ ਦੇ ਗੁਣ ਗਾਈਂਦੇ ਹਨ। ਪਰਮੇਸ਼ਰ ਦੇ ਸ਼ਾਂਤੀਪੂਰਵਕ ਗੁਣ ਗਾਉਣੇ ਚਾਹੀਦੇ ਹਨ। ਜਿੱਥੇ ਸਤਿਗੁਰਾਂ ਦਾ ਨਿਵਾਸ ਹੋਵੇ। ਮਹਾਰਾਜ ਜੀ ਕਥਨ ਕਰਦੇ ਹਨ, ਜਹ ਸਤਿਗੁਰ ਤਹਾਂ ਹਉਮੈ ਸ਼ਬਦ ਜਲਾਈ। ਜਿੱਥੇ ਸਤਿਗੁਰਾਂ ਦਾ ਹਿਰਦੇ ਵਿੱਚ ਨਿਵਾਸ ਹੈ। ਜਹ ਸਤਿਗੁਰ, ਜਹ ਜਿੱਥੇ ਸਤਿਗੁਰਾਂ ਦਾ ਹਿਰਦੇ ਵਿੱਚ ਨਿਵਾਸ ਹੈ। ਤਹ ਹਉਮੈ ਸ਼ਬਦ ਜਲਾਈ। ਉੱਥੇ ਹਿਰਦੇ 'ਚੋਂ ਗੁਰ ਸ਼ਬਦ ਨੇ ਹੰਗਤਾ ਨੂੰ ਜਲਾ ਦਿੱਤਾ ਹੈ, ਹੰਕਾਰ ਨੂੰ ਮਾਰ ਦਿੱਤਾ ਹੈ। ਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਸੇਵਾ ਮਹਿਲੀ ਥਾਉ ਪਾਏ। ਗੁਰਮੁਖ ਮੁਖੀ ਗੁਰਾਂ ਦੀ ਸੇਵਾ ਕਰਕੇ, ਟਹਿਲ ਕਰਕੇ ਤੁਰਿਆ ਪਦ ਰੂਪੀ ਮਹਿਲ ਦਾ ਟਿਕਾਣਾ ਪਾ ਲੈਂਦੇ ਹਨ। ਸੱਚਖੰਡ ਰੂਪੀ ਮਹਿਲਾਂ ਵਿੱਚ ਥਾਂ ਪਾ ਲੈਂਦੇ ਹਨ। ਗੁਰਾਂ ਦੀ ਟਹਿਲ, ਗੁਰਾਂ ਦੀ ਸੇਵਾ ਕਰਕੇ ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਜਨ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾਉਂਦੇ ਹਨ। ਗੁਰਮੁਖ ਅੰਤਰ ਹਰ ਨਾਮ ਵਸਾਏ। ਗੁਰਮੁਖ ਜਨ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾਉਂਦੇ ਹਨ। ਗੁਰਮੁਖ ਭਗਤ ਹਰ ਨਾਮ ਸਮਾਏ। ਗੁਰਮੁਖ ਜਨ ਗੁਰਾਂ ਦੁਆਰਾ ਭਗਤੀ ਕਰਕੇ ਹਰੀ ਪਰਮੇਸ਼ਰ ਦੇ ਨਾਮ ਵਿੱਚ ਸਮਾਉਂਦੇ ਹਨ। ਭਾਵ ਮਿਲ ਜਾਂਦੇ ਹਨ, ਲੀਨ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਕਿ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ। ਗੁਰਮੁਖ ਜਨ ਗੁਰਾਂ ਦੁਆਰਾ ਭਗਤੀ ਕਰਕੇ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦੇ ਵਿੱਚ ਹੀ ਮਿਲ ਜਾਂਦੇ ਹਨ। ਆਪੇ ਦਾਤ ਕਰੇ ਦਾਤਾਰ। ਆਪ ਹੀ ਦਾਤਾ ਪਰਮੇਸ਼ਰ ਜਿਨ੍ਹਾਂ ਨੂੰ ਨਾਮ ਦੀ ਦਾਤ ਦੇਣਾ ਕਰਦਾ ਹੈ। ਪੂਰੇ ਸਤਿਗੁਰ ਸਿਉ ਲੱਗੈ ਪਿਆਰ। ਉਹਨਾਂ ਦਾ ਪੂਰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਪਿਆਰ ਸਨੇਹ ਲੱਗ ਜਾਂਦਾ ਹੈ। ਨਾਨਕ ਨਾਮ ਰਤੇ ਜਿਨ ਕੋ ਜੈਕਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਨਾਮ ਵਿੱਚ ਰਤੇ ਹੋਏ ਹਨ, ਤਦਾਕਾਰ ਹੋਏ ਹਨ, ਉਹਨਾਂ ਨੂੰ ਲੋਕ ਪਰਲੋਕ ਵਿੱਚ ਜੈਕਾਰ ਮਿਲਦੀ ਹੈ, ਵਡਿਆਈ ਮਿਲਦੀ ਹੈ। ਗੌੜੀ ਗੁਆਰੇਰੀ ਮਹੱਲਾ ਤੀਜਾ। ਏਕ ਸਤੇ ਸਭ ਰੂਪ ਹੈ ਰੰਗਾ। ਮਹਾਰਾਜ ਜੀ ਤੀਜੇ ਪਾਤਸ਼ਾਹ ਕਥਨ ਕਰਦੇ ਹਨ, ਏਕਸ ਇੱਕ ਅਕਾਲ ਪੁਰਖ ਤੋਂ ਹੀ ਸਭ ਰੂਪ ਹੈ ਰੰਗਾ। ਸਭ ਸਾਰੇ ਰੂਪ, ਆਕਾਰ, ਗੋਰੇ ਕਾਲੇ ਆਦਿ ਅਨੇਕ ਰੰਗ ਬਣੇ ਹਨ। ਏਕਸ ਤੇ ਸਭ ਰੂਪ ਹੈ ਰੰਗਾ। ਏਕਸ ਇੱਕ ਅਕਾਲ ਪੁਰਖ ਤੋਂ ਹੀ ਸਾਰੇ ਰੂਪ ਬਣੇ ਹਨ। ਕੋਈ ਕਾਲਾ, ਕੋਈ ਗੋਰਾ, ਤੇ ਇਹ ਸਾਰੇ ਰੰਗ ਉਸ ਪਰਮੇਸ਼ਰ ਨੇ ਬਣਾਏ ਹਨ ਕਿ ਤਿੰਨਾਂ ਗੁਣਾ ਕਰਕੇ ਸੂਖਮ ਦੇਹਾਂ ਦੇ ਜੋ ਰੰਗ ਹਨ, ਇਹ ਸੁਭਾਅ ਹਨ। ਜੋ ਇਹ ਰਾਸ਼ੀ ਤਾਮਸੀ ਸਾਤਕੀ ਸੁਭਾਅ ਪ੍ਰਤੀਤ ਹੁੰਦੇ ਹਨ, ਇਹ ਇੱਕ ਵਾਹਿਗੁਰੂ ਤੋਂ ਹੀ ਸਾਰੇ ਬਣੇ ਹਨ। ਪੌਣ ਪਾਣੀ ਬੈਸੰਤਰ ਸਭ ਸਹਿ ਲੰਗਾ। ਇਹ ਭਾਈ ਪੌਣ ਹਵਾ, ਪਾਣੀ ਬੈਸੰਤਰ ਅਗਨੀ, ਕਿ ਹਵਾ, ਪਾਣੀ, ਅਗਨੀ ਆਦਿ ਸਾਰਿਆਂ ਦੇ ਨਾਲ ਪਰਮੇਸ਼ਰ ਸਹਿ ਲੰਗਾ ਮਿਲਿਆ ਹੋਇਆ ਹੈ। ਪਰਮੇਸ਼ਰ ਪੌਣ ਵਿੱਚ ਵੀ ਮਿਲਿਆ ਹੋਇਆ ਹੈ। ਤਾਈਓਂ ਸਾਰਿਆਂ ਦੇ ਸਾਹ ਬਣੇ ਹਨ। ਪਾਣੀ ਵਿੱਚ ਵੀ ਮਿਲੇ ਹੋਏ ਹੋਣ ਕਰਕੇ ਸਾਰਿਆਂ ਦੇ ਆਕਾਰ ਬਣੇ, ਤੇ ਬੈਸੰਤਰ ਅਗਨੀ ਵਿੱਚ ਮਿਲਿਆ ਹੋਣ ਕਰਕੇ ਸਾਰਿਆਂ ਦੇ ਅੰਦਰ ਖਾਣ ਪੀਣ ਦੀ ਜੋ ਖੁਰਾਕ ਹੈ, ਇਹ ਹਜਮ ਹੁੰਦੀ ਹੈ। ਇਉਂ ਪੌਣ ਪਾਣੀ ਵਿੱਚ ਤੇ ਅਗਨੀ ਵਿੱਚ ਸਾਰਿਆਂ ਦੇ ਸਾਹ ਲੰਗਾ, ਕਿ ਸਾਰਿਆਂ ਵਿੱਚ ਲੱਗਿਆ ਹੋਇਆ ਹੈ।
ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ। ਹਰੀ ਪ੍ਰਭ ਪਰਮੇਸ਼ਰ ਅਨੇਕਾਂ ਰੰਗਾਂ ਵਾਲੀ ਸ੍ਰਿਸ਼ਟੀ ਵਿੱਚ ਭਿੰਨ ਭਿੰਨ ਵੱਖੋ ਵੱਖਰੇ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਵੇਖਦਾ ਹੈ। ਏਕ ਅਚਰਜ ਏਕੋ ਹੈ ਸੋਈ। ਇੱਕ ਅਚਰਜ ਅਚਰਜ ਵਾਹਿਗੁਰੂ ਹੈ ਅਤੇ ਉਹ ਇੱਕੋ ਹੀ ਸੰਸਾਰ ਦੇ ਅੰਦਰ ਗੁਰੂ ਰੂਪ ਹੈ। ਤੇ ਇੱਕ ਨਿਰਗੁਣ ਬ੍ਰਹਮ ਅਤੇ ਇੱਕ ਈਸ਼ਵਰ ਰੂਪ ਹੋ ਕੇ ਪਰਮੇਸ਼ਰ ਸਾਰੇ ਜਗ ਦੀ ਪਾਲਣਾ ਪੋਸਣਾ ਲੈਤਾ ਕਰਨ ਵਾਲਾ ਹੈ। ਗੁਰਮੁਖ ਵਿਚਾਰੇ ਬਿਰਲਾ ਕੋਈ। ਗੁਰਮੁਖ ਵਿਚਾਰੇ ਬਿਰਲਾ ਕੋਈ। ਕੋਈ ਬਿਰਲਾ ਗੁਰਮੁਖ ਹੀ ਐਸੇ ਹਰੀ ਵਾਹਿਗੁਰੂ ਨੂੰ ਵਿਚਾਰਦਾ ਹੈ। ਰਹਾਉ ਸਹਿਜ ਭਵੈ ਪ੍ਰਭ ਸਰਨੀ ਸਭਨੀ ਥਾਈ। ਸਹਿਜ ਭਵੈ ਪ੍ਰਭ ਸਭਨੀ ਥਾਈ। ਉਹ ਪਰਮੇਸ਼ਰ ਸੁਭਾਵਕ ਹੀ ਸਾਰਿਆਂ ਥਾਵਾਂ ਵਿੱਚ ਵਿਚਰ ਰਿਹਾ ਹੈ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ। ਕਿਤੇ ਗੁਪਤ ਸੂਖਮ ਦੇਹਾਂ ਕਿਤੇ ਪ੍ਰਗਟ ਸਥੂਲ ਦੇਹਾਂ। ਇਹ ਪ੍ਰਭੂ ਨੇ ਬਣਾਵਟ ਬਣਾਉਣਾ ਕੀਤੀ ਹੈ ਕਿ ਆਪੇ ਸੁੱਤਿਆਂ ਦੇ ਜਗਾਈ। ਉਹ ਪਰਮੇਸ਼ਰ ਆਪ ਹੀ ਅਵਿਦਿਆ ਰੂਪੀ ਨੀਂਦ ਚੋਂ ਸੁੱਤਿਆਂ ਜਗਿਆਸੂਆਂ ਨੂੰ ਗਿਆਨ ਅਵਸਥਾ ਦੇ ਕੇ ਜਗਾ ਦਿੰਦਾ ਹੈ। ਤਿਸ ਕੀ ਕੀਮਤ ਕਿਨੈ ਨਾ ਹੋਈ। ਉਸ ਵਾਹਿਗੁਰੂ ਦੇ ਗੁਣਾਂ ਦੀ ਕੀਮਤ ਕਿਸੇ ਪਾਸੋਂ ਨਹੀਂ ਹੁੰਦੀ, ਨਾ ਹੀ ਕੋਈ ਨਾ ਹੀ ਹੋਈ ਹੈ ਨਾ ਹੀ ਹੋਵੇਗੀ। ਕਹਿ ਕਹਿ ਕਥਨ ਕਥੈ ਸਭ ਕੋਈ। ਸਭ ਕੋਈ ਕਹਿਣ ਮਾਤਰ ਹੀ ਆਖ ਕੇ ਕਥਨ ਕਰਦੇ ਹਨ, ਵਰਣਨ ਕਰਦੇ ਹਨ। ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ। ਜਿਸ ਦਾ ਮਨ ਗੁਰਾਂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ ਉਹ ਹਰੀ ਅਕਾਲ ਪੁਰਖ ਨੂੰ ਸਮਝਦਾ ਹੈ, ਭਾਵ ਉਸ ਦਾ ਸਰੂਪ ਹੀ ਹੋ ਜਾਂਦਾ ਹੈ। ਸੁਣ ਸੁਣ ਵੇਖੈ ਸ਼ਬਦ ਮਿਲਾਏ। ਜਿਹੜਾ ਸੱਤ ਸ਼ਾਸਤਰਾਂ ਦੁਆਰਾ ਸ਼ਰਾਵਣ ਕਰਕੇ ਪਰਮੇਸ਼ਰ ਦਾ ਜਾਸ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰਦਾ ਹੈ, ਆਪਣੇ ਸਰੂਪ ਦੀ ਵਿਚਾਰ ਨੂੰ ਸਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨਾ ਕਰਦਾ ਹੈ, ਉਸ ਨੂੰ ਪਰਮੇਸ਼ਰ ਸ਼ਬਦ ਮਿਲਾਏ ਗੁਰ ਸ਼ਬਦ ਗੁਰ ਉਪਦੇਸ਼ ਦੁਆਰਾ ਆਪਣੇ ਸਰੂਪ ਨਾਲ ਮਿਲਾ ਲੈਂਦਾ ਹੈ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਵੱਡੀ ਵਡਿਆਈ ਗੁਰ ਸੇਵਾ ਤੇ ਪਾਏ। ਇਹ ਵੱਡੀ ਵਡਿਆਈ, ਇਹ ਵੱਡੀ ਮਹਿਮਾ ਗੁਰੂ ਦੀ ਸੇਵਾ ਤੋਂ ਹੀ ਪ੍ਰਾਪਤ ਹੁੰਦੀ ਹੈ। ਉਹ ਪਰਮੇਸ਼ਰ ਨਾਲ ਅਭੇਦ ਹੋਣ ਰੂਪੀ ਵੱਡੀ ਵਡਿਆਈ ਗੁਰਾਂ ਤੋਂ ਹੀ ਪਾਉਂਦਾ ਹੈ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਹਨ ਕਿ ਜੋ ਹਰੀ ਦੇ ਨਾਮ ਵਿੱਚ ਸਮਾਏ ਹਨ, ਰੰਗੇ ਹੋਏ ਹਨ, ਉਹ ਨਾਮੀ ਪਰਮੇਸ਼ਰ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਹਨ। ਨਾਨਕ ਨਾਮ ਰਤੇ ਹਰ ਨਾਮ ਸਮਾਏ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੋ ਹਰੀ ਦੇ ਨਾਮ ਵਿੱਚ ਰੱਤੇ ਰੰਗੇ ਹੋਏ ਹਨ, ਉਹ ਨਾਮੀ ਪਰਮੇਸ਼ਰ ਦੇ ਵਿੱਚ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ। ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਵਿੱਚ ਨਾਮ ਜਪਣ ਵਾਲਾ ਇੱਕ ਮਿਕ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਹੈ। ਮਹਾਰਾਜ ਜੀ ਨੇ ਬੜੇ ਹੀ ਵਿਸਥਾਰ ਦੇ ਨਾਲ ਗੁਰਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਸਮਾਂ ਹੋ ਚੁੱਕਿਆ ਹੈ, ਮਹਾਰਾਜ ਕਿਰਪਾ ਕਰਨ। ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਹੋਵੇ। ਚੱਲਿਆ ਹੋਇਆ ਕਦਮ ਲੇਖੇ ਵਿੱਚ ਲਾਉਣ। ਗੁਰਸਿੱਖੀ ਦੀਆਂ ਨਾਮ ਦੀਆਂ ਦਾਤਾਂ ਬਖਸ਼ਣ ਮਹਾਰਾਜ। ਆਓ